ਵਾਹਿਗੁਰੂ ਜੀ। ਮੈਂ ਨਾਹੀ ਕਿਛ ਹੋ ਨਾਹੀ, ਕਛ ਆਏ ਨ ਮੋਰਾ। ਅਵਸਰ ਲੱਜਾ ਰਾਖ ਲਿਓ, ਸਦਨਾ ਜਨ ਤੇਰਾ। ਹਰ ਕਾ ਨਾਮ ਧਿਆਏ ਕੇ ਵਰਿਆ ਭਾਈ, ਕਰਮ ਲਖਨ ਤੇ ਪਾਈਏ ਰੁੱਤ ਸਹਾਈ। ਵਣ ਤਿਰ ਤਿਰ ਪਉਣ ਮੋਲਿਆ, ਅੰਮ੍ਰਿਤ ਫਲ ਪਾਈ। ਮਿਲ ਸਾਧੂ ਸੁਖ ਉਪਜੇ, ਲੱਥੀ ਸਭ ਛਾਈ। ਨਾਨਕ ਸਿਮਰੇ ਏਕ ਨਾਮ, ਫਿਰ ਬੌੜ ਨਾ ਧਾਈ। ਨਾਨਕ ਸਿਮਰੇ ਏਕ ਨਾਮ, ਫਿਰ ਬੌੜ ਨਾ ਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਾਰੇ ਸਾਧ ਸੰਗਤ ਜੀ, ਜਿੱਦਾਂ ਕਿ ਆਪਾਂ ਜਪਜੀ ਸਾਹਿਬ ਦੀ ਵਿਆਖਿਆ ਆਰੰਭ ਕੀਤੀ ਹੋਈ ਆ, ਤੇ ਦੋ ਭਾਗ ਅੱਗੇ ਆਪਾਂ ਸਾਂਝੇ ਕਰ, ਅੱਜ ਤੀਸਰਾ ਭਾਗ ਵਾ ਜਪਜੀ ਸਾਹਿਬ ਦਾ। ਕਿਉਂਕਿ ਜਪਜੀ ਸਾਹਿਬ ਇੱਕ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਵਾ। ਇਹਦੇ ਵਿੱਚ ਪਰਮੇਸ਼ਰ ਦੀ ਮਹਿਮਾ ਵਾ, ਪਰਮੇਸ਼ਰ ਦੇ ਨਾਮ ਦੀ ਮਹਿਮਾ ਹੈ, ਤੇ ਪਰਮੇਸ਼ਰ ਦਾ ਨਾਮ ਸੁਣਨ ਦੀ ਮਹਿਮਾ ਦੱਸੀ ਗਈ ਆ। ਪਰਮੇਸ਼ਰ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿੱਦਾਂ ਸਾਡਾ ਕੱਲ ਵਿਸ਼ਾ ਸੀ ਕਿ ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ। ਤੇ ਪਰਮੇਸ਼ਰ ਦੀ ਪ੍ਰਾਪਤੀ ਦਾ ਤਰੀਕਾ ਵੀ ਇਹਦੇ ਵਿੱਚ ਦੱਸਿਆ ਕਿ ਨਾਮ ਕਿਵੇਂ ਜਪਣਾ ਹੈ, ਕਦੋਂ ਜਪਣਾ ਹੈ। ਜਿਸ ਤਰ੍ਹਾਂ ਇਹਦੀਆਂ ਜਿੰਨੀਆਂ ਵੀ ਪੌੜੀਆਂ ਨੇ, ਉਹ ਹਰ ਇੱਕ ਵੱਖੋ ਵੱਖਰੇ ਵਿਸ਼ੇ ਤੇ ਨੇ। ਕਿ ਅੰਮ੍ਰਿਤ ਵੇਲੇ ਉੱਠਣਾ ਹੈ, ਪਰਮੇਸ਼ਰ ਦਾ ਨਾਮ ਜਪਣਾ ਹੈ, ਕਿਸ ਤਰ੍ਹਾਂ ਜਪਣਾ ਹੈ। ਇੱਕ ਦੂਜੀ ਪਉ ਲੱਖ ਹੋਵੇ, ਲੱਖ ਹੋਵੇ ਲੱਖ 20। ਦੁਨੀਆ ਨੇ ਨਾਮ ਜਪਣ ਤੇ ਬੜੇ ਭੁਲੇਖੇ ਪਾਏ ਨੇ, ਤੇ ਅਸੀਂ ਬੰਦਿਆਂ ਨੂੰ ਪੁੱਛਦੇ ਹਾਂ ਨਾਮ ਕਿਵੇਂ ਜਪਣਾ ਹੈ। ਬਿਹਤਰ ਹੁੰਦਾ ਕਿ ਅਸੀਂ ਗੁਰੂ ਨੂੰ ਗੁਰਬਾਣੀ ਚ ਲੱਭਦੇ ਕਿ ਨਾਮ ਕਿਵੇਂ ਜਪਣਾ ਹੈ। ਮਾਰ ਕਹਿੰਦੇ ਇੱਕ ਦੂਜੀ ਪਉ ਲੱਖ ਹੋਵੇ, ਲੱਖ ਹੋਵੇ ਲੱਖ 20। ਲੱਖ ਲੱਖ ਗੇੜਾ ਆਖੀਏ, ਏਕ ਨਾਮ ਜਗਦੀਸ਼। ਖੈਰ, ਤੇ ਅੱਗੇ ਚੱਲ ਕੇ ਆਪਾਂ ਵਿਚਾਰ ਕਰਾਂਗੇ ਆਉਣ ਵਾਲੇ ਸਮੇਂ ਦੌਰਾਨ। ਕੱਲ ਜਿੱਥੋਂ ਆਪਾਂ ਵਿਚਾਰ ਛੱਡੀ ਸੀ ਕਿ ਜਿਹੜੀਆਂ ਗੱਲਾਂ ਲੋਕਾਂ ਨੇ ਧਰਮ ਦੇ ਅੰਦਰ ਲਿਆਂਦੀਆਂ ਨੇ, ਤੇ ਉਹਨਾਂ ਗੱਲਾਂ ਨੂੰ ਲੋਕਾਂ ਨੇ ਬੜੀ ਮਹਾਨਤਾ ਦਿੱਤੀ ਹੈ। ਉਹ ਕੀ ਸੀ? ਸੁੱਚ ਭਿੱਟ। ਉਹ ਸੀ ਗਿਆਨ ਦੀ ਪ੍ਰਾਪਤੀ ਕਰੋ, ਗ੍ਰੰਥ ਪੜ੍ਹੋ। ਉਹਦੇ ਵਿੱਚ ਇੱਕ ਤਰੀਕਾ ਸੀ ਕਿ ਮੋਨੀ ਬਣ ਜਾਓ। ਕਿਉਂਕਿ ਜਿਹੜੇ ਲੋਕੀ ਆ, ਉਹ ਧਿਆਨ ਖਿੱਚਣ ਵਾਸਤੇ ਲੋਕਾਂ ਦਾ ਕੋਈ ਨਾ ਕੋਈ ਬੰਦੇ ਨੂੰ ਪਖੰਡ ਤਾਂ ਕਰਨਾ ਹੀ ਪਊ। ਹੁਣ ਬੰਦੇ ਸੜਕ ਤੇ ਤੁਰੇ ਜਾ ਰਹੇ ਨੇ ਤੇ ਕੋਈ ਧਿਆਨ ਨਹੀਂ ਦੇਊਗਾ। ਜਦੋਂ ਬੰਦਾ ਸੜਕ ਤੇ ਬਾਜ਼ੀਆਂ ਪੇਲਦਾ ਜਾਊਗਾ, ਜਾਂ ਪੁੱਠੇ ਪੈਰ ਜਾਊਗਾ, ਜਾਂ ਸਿਰ ਦੇ ਭਾਰ ਤੁਰੂਗਾ, ਤੇ ਫਿਰ ਲੋਕੀ ਧਿਆਨ ਦੇਣਗੇ। ਤੇ ਮਹਾਰਾਜ ਨੇ ਸਾਰੀਆਂ ਚੀਜ਼ਾਂ ਨੂੰ ਘਾਟ ਕਰ ਦਿੱਤਾ ਹੈ ਵੀ ਇਸ਼ਨਾਨ ਕੀਤਿਆਂ ਨਹੀਂ ਵੀ ਗੱਲ ਬਣਦੀ। ਸੋਚੇ ਸੋਚ ਨਾ ਹੋ ਬਈ, ਨਾ ਚੁੱਪੇ ਚੁੱਪ ਨਾ ਹੋ ਬਈ।
ਤੇ ਤੂੰ ਆਖੇ ਮੈਂ ਕਿਸੇ ਸੰਪਰਦਾ ਕੋ ਜਾ ਕੇ ਕਿਸੇ ਜਾ ਕੇ ਗ੍ਰੰਥ ਪੜ੍ਹ ਲਵਾਂ ਤੇ ਕੁਝ ਮੈਨੂੰ ਪ੍ਰਾਪਤ ਹੋ ਜਾਊਗਾ। ਸਾਹਿਬ ਕਹਿੰਦੇ ਨੇ ਸੈਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਰੱਬ ਦੇ ਅੱਗੇ ਤੇਰੀਆਂ ਸਿਆਣਪਾਂ ਨਹੀਂ ਚੱਲਣੀਆਂ, ਰੱਬ ਦੇ ਅੱਗੇ ਤਾਂ ਤੇਰਾ ਪਿਆਰ ਚੱਲਣਾ ਏ। ਉਹਦੇ ਅੱਗੇ ਤਾਂ ਤੇਰੀ ਭਾਵਨਾ ਚੱਲਣੀ ਹੈ, ਤੇਰਾ ਸਮਰਪਿਤ ਭਾਵ ਚੱਲਣਾ। ਗਿਆਨ ਨੂੰ ਤੇ ਮੰਨਦਾ ਹੀ ਨਹੀਂ ਆ। ਅੱਖਰ ਪੜ ਪੜ ਭੁੱਲੀਏ ਪੇਖੀ ਬਹੁਤ ਅਭਿਮਾਨ। तीर्थ नाता क्या करें मन में मैल गुमान। गुरबिन किन समझाइए मन राजा सुल्तान। एडा वड्डा ਇਹ ਸ਼ਕਤੀ ਹੈ ਮਨ ਦੀ, ਉਹ ਤੇਰੇ ਤੀਰਥਾਂ ਦੇ ਨਹਾਉਣ ਨਾਲ ਮਨ ਨੇ ਮੰਨਣਾ ਨਹੀਂ ਹੈ। ਤੂੰ ਆਖੇ ਮੈਂ ਗਿਆਨ ਪੜ੍ਹ ਲਿਆ ਤੇ ਗਿਆਨ ਮਨ ਦੀ ਦੁਨੀਆ ਅੰਦਰ ਗਿਆਨ ਚੱਲਦਾ ਨਹੀਂ ਹੈ। ਤੇ ਦੂਸਰਾ ਇੱਕ ਤਰੀਕਾ ਸੀ ਧਰਤੀ ਉੱਤੇ ਅਪਣਾਇਆ ਗਿਆ ਕਿ ਜਦੋਂ ਅਸੀਂ ਸਿਮਰਨ ਸਾਧਨਾ ਕਰਦੇ ਹਾਂ ਜਾਂ ਰੱਬ ਦਾ ਨਾਮ ਜਪਦੇ ਹਾਂ ਤੇ ਉਹਦੇ ਵਿੱਚ ਮਨ ਰੁਕਾਵਟ ਪਾਉਂਦਾ ਹੈ। ਮਨ ਕਿਉਂ ਰੁਕਾਵਟ ਪਾਉਂਦਾ ਹੈ? ਕਿਉਂਕਿ ਮਨ ਨੂੰ ਕੁਝ ਚਾਹੀਦਾ ਹੁੰਦਾ ਹੈ। ਉਹ ਕਹਿੰਦਾ ਮੈਨੂੰ ਖਾਣ ਲਈ ਦੇ, ਮੈਨੂੰ ਪੀਣ ਲਈ ਦੇ। ਕੁਝ ਸਰੀਰ ਮੰਗਦਾ ਹੈ ਤੇ ਕੁਝ ਮਨ ਮੰਗਦਾ ਹੈ। ਭੁੱਖ ਜਿਹੜੀ ਉਹ ਸਰੀਰ ਦੀ ਹੈ। ਮਨ ਨੂੰ ਰੋਟੀ ਨਹੀਂ ਚਾਹੀਦੀ। ਨਹੀਂ, ਰੋਟੀ ਮਨ ਦੀ ਖੁਰਾਕ ਹੀ ਨਹੀਂ ਹੈ। ਰੋਟੀ ਕੌਣ ਮੰਨਦਾ ਹੈ? ਸਰੀਰ ਮੰਗਦਾ ਹੈ। ਫਰੀਦਾ ਇਹ ਤਨ ਭੌਂਕਣਾ, ਇਹ ਭੌਂਕਣਾ ਹੈ, ਇਹ ਰੋਟੀ ਮੰਗਦਾ ਹੈ, ਇਹ ਪਾਣੀ ਮੰਗਦਾ ਹੈ। ਇਹ ਸਿਆਲ ਹੋਵੇ ਤੇ ਹੀਟਰ ਮੰਗਦਾ ਹੈ, ਜੇ ਗਰਮੀਆਂ ਹੋਣ ਤੇ ਏਸੀ ਮੰਗਦਾ ਹੈ। ਤੇ ਮਨ ਕੀ ਮੰਨਦਾ ਹੈ? ਮਨ ਹੋਰ ਮੰਗਦਾ ਹੈ। ਜੋ ਇਹਦੇ ਕੋਲ ਹੈ ਮਨ ਉਸ ਤੇ ਸੰਤੁਸ਼ਟ ਨਹੀਂ ਹੈ, ਹੋਰ ਮੰਗਦਾ ਹੈ। ਜਿਹਨੂੰ ਕਹਿੰਦੇ ਤ੍ਰਿਸ਼ਨਾ ਬਿਰਲੇ ਕੀ ਬੁੱਝੀ ਹੈ। ਕੋਟ ਜੋੜੇ ਲਾਹ ਕਰੋੜੇ ਮਨ ਨਾ ਹੋਰੇ, ਪਰੇ ਪਰੇ ਇੱਕੋ ਲੁਜੀ ਹੈ। ਜਦ ਮਨ ਹੋਰ ਮੰਗਦਾ ਹੈ ਤੇ ਵਾਹ ਮਾਰ ਗਈ, ਕਹਿੰਦੇ ਫਿਰ ਹੋਰ ਦੇ ਦਿਓ ਇਸ ਨੂੰ, ਇਹ ਮੰਗਦਾ ਜੂਗਾ ਤੇ ਇਸ ਨੂੰ ਦੇ ਦਿਓ। ਤੇ ਜਿਸ ਦਿਨ ਇਹ ਮੰਗਣੋਂ ਹਟ ਜਾਏਗਾ ਨਾ, ਉਸ ਦਿਨ ਤੁਸੀਂ ਫਿਰ ਰੱਬ ਦਾ ਨਾਮ ਜਪ ਲਓ। ਉਸ ਦਿਨ ਤੁਸੀਂ ਧਿਆਨ ਸਾਧਨਾ ਕਰ ਲਿਓ। ਜਿੱਦਣ ਇਹ ਮਨ ਮੰਗਣੋਂ ਹਟ ਜਾਊਗਾ ਕੁਛ। ਇਹ ਵੀ ਤਰੀਕਾ ਅਪਣਾਇਆ ਗਿਆ ਕਿ ਜੋ ਮਨ ਮੰਗਦਾ ਉਸ ਮਨ ਨੂੰ ਦੇ ਦਿਓ ਤੁਸੀਂ, ਕਿਉਂਕਿ ਮਨ ਹੀ ਤਾਂ ਦੁਖੀ ਕਰਦਾ ਹੈ ਸਾਨੂੰ। ਇਹ ਕੁਝ ਲੋਕਾਂ ਦੀ ਕਾਢ ਵਾ, ਪਰ ਗੁਰਬਾਣੀ ਇਸ ਨੂੰ ਮੰਨਦੀ ਨਹੀਂ ਹੈ। ਗੁਰਬਾਣੀ ਕਹਿੰਦੀ ਭੁੱਖਿਆਂ ਭੁੱਖ ਨਾ ਉਤਰੀ, ਭੁੱਖਿਆਂ ਭੁੱਖ ਨਾ ਉਤਰੀ, ਨਾਨਕ ਭੁੱਖਾ ਤਾਂ ਰੱਜੇ। ਜੇ ਬੰਨਾ ਪੁਰੀਆਂ ਪਾਰ, ਪਦਾਰਥਾਂ ਦੇ ਭਾਰ ਦੇ ਨਾਲ ਨਹੀਂ ਇਸਨੇ ਰੱਜਣਾ। ਨਾਨਕ ਭੁੱਖਾ ਤਾਂ ਰੱਜੇ, ਗੁਣ ਕੈ ਗੁਣੀ ਸਮਾਏ। ਕਹਿਣਗੇ ਤੂੰ ਰੱਬ ਦੀ ਸਿਫਤੋ ਸਲਾਹਤ ਜੁੜਿਆ ਕਰ। ਨਾਨਕ ਭੁੱਖਾ, ਇਹ ਤੇ ਭੁੱਖਾ ਹੀ ਆ। ਤਾਂ ਰੱਜੇ, ਇਹ ਰੱਜ ਸਕਦਾ ਹੈ। ਤੂੰ ਆਖਦੇ ਮੈਂ ਇਸ ਨੂੰ ਪਦਾਰਥਾਂ ਨਾਲ ਰਜਾ ਲਵਾਂ, ਇਹ ਪਦਾਰਥਾਂ ਨਾਲ ਤਾਂ ਰੱਜਣਾ ਹੀ ਨਹੀਂ ਹੈ। ਨਾਨਕ ਭੁੱਖਾ ਤਾਂ ਰੱਜੇ, ਗੁਣ ਕਹਿ, ਗੁਣ ਕਹਿ ਤੂੰ ਉਹਦਾ ਨਾਮ ਜਪ। ਗੁਣੀ ਸਮਾਵੇ, ਤੇ ਜਿੱਦਣ ਤੂੰ ਉਸ ਦੇ ਗੁਣ ਕਹਿੰਦਿਆਂ ਤੂੰ ਉਹਦੇ ਵਿੱਚ ਸਮਾ ਗਿਆ ਨਾ, ਉਸ ਦਿਨ ਇਸਨੇ ਰੱਜ ਜਾਣਾ ਹੈ। ਤੇ ਉਹ ਰੱਜੇ ਹੋਏ ਵਿਅਕਤੀ ਨੂੰ ਹੀ ਰਾਜਾ ਬੋਲਿਆ ਜਾਂਦਾ ਸੀ, ਵੀ ਰੱਜ ਗਿਆ, ਰਾਜਾ ਹੋ ਗਿਆ ਤਾਂ। ਇਸ ਕਰਕੇ ਮਹਾਰਾਜ ਆਖਿਆ ਵੀ ਨਾ ਸੋਚੇ ਸੋਚ ਨਾ ਹੋਵਈ, ਭੁੱਖਿਆਂ ਭੁੱਖ ਨਾ ਉਤਰੇ, ਸਹਿਸ ਸਿਆਣਪਾਂ। ਇਹ ਗੱਲਾਂ ਨਹੀਂ ਚੱਲਣੀਆਂ।
ਤੇ ਕਿਵ ਸਚਿਆਰਾ ਹੋਈਐ। ਜੇ ਇਹ ਕਰਮ ਕਾਂਡ ਦੇ ਨਾਲ ਮਨੁੱਖ ਸਚਿਆਰ ਨਹੀਂ ਬਣ ਸਕਦਾ, ਫਿਰ ਕਿਸ ਤਰ੍ਹਾਂ ਹੋਵੇ? ਮਲ ਕੂੜੀ ਨਾਮ ਉਤਾਰੀਨ, ਜਪ ਨਾਮ ਹੋਆ ਸਚਿਆਰ। ਕਿਉਂ ਕੂੜੇ ਟੁੱਟੇ ਪਾਲ? ਮੇਨ ਗੱਲ ਤੇ ਇਹੀ ਹੈ ਨਾ ਕਿ ਸਾਡੇ ਤੇ ਉਹਦੇ ਵਿੱਚ ਰੁਕਾਵਟ ਹੈ। ਉਹ ਰੁਕਾਵਟ ਕਿਸ ਦੀ ਹੈ? ਮੈਂ ਦੀ ਆ, ਹਉਮੈ ਦੀ ਆ। ਅੱਗੇ ਆਪਾਂ ਇਸ ਤੇ ਬੜੀ ਵਿਚਾਰ ਕਰ ਚੁੱਕੇ ਹਾਂ। ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਤੇ ਜਿਹਦੇ ਹੁਕਮ 'ਚ ਤੂੰ ਚੱਲਣਾ ਹੈ ਨਾ, ਉਹ ਹੁਕਮ ਤੇਰੇ ਨਾਲ ਲਿਖਿਆ ਹੋਇਆ ਵਾ। ਤੂੰ ਚੱਲਦਾ ਇਸ ਗਿਆਨ ਦੀ ਦੁਨੀਆ 'ਚ, ਤੂੰ ਚੱਲਦਾ ਇਸ਼ਨਾਨ ਦੀ ਦੁਨੀਆ 'ਚ, ਤੂੰ ਚੱਲਦਾ ਕਰਮ ਕਾਂਡ ਦੀ ਦੁਨੀਆ 'ਚ। ਮਾਰ ਕਹਿੰਦੇ ਇਸ ਤਰ੍ਹਾਂ ਚੱਲਿਆ ਰੱਬ ਦਾ ਰਾਹ, ਰੱਬ ਦੀ ਮੰਜ਼ਿਲ ਨਹੀਂ ਆਉਣੀ। ਰਾਹ ਕਹੀਂ ਰਾਹੀ ਕਹੀਂ, ਬਸਤ ਕਹੀਂ ਢੂੰਡਤ ਕਹੀਂ, ਇਸ ਤਰ੍ਹਾਂ ਪਹੁੰਚਾ ਹੈ ਕੋਈ ਕਹੀਂ। ਇਸ ਤਰ੍ਹਾਂ ਤੇ ਪਹੁੰਚ ਨਹੀਂ ਸਕਦਾ ਕੋਈ। ਤੇ ਮਰ ਕਹਿੰਦੇ ਹੁਕਮ ਰਜਾਹੀ ਚੱਲਣਾ, ਨਾਨਕ ਲਿਖਿਆ ਨਾਲ। ਉਹ ਤੂੰ ਜਿਹੜਾ ਹੁਕਮ ਤੇਰੇ ਅੰਦਰ ਲਿਖਿਆ, ਤੇਰੇ ਮਸਤੇ ਤੇ ਲਿਖਿਆ ਹੋਇਆ, ਬਾਹਰ ਨਹੀਂ ਲਿਖਿਆ ਹੋਇਆ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਪਏ। ਜੋ ਜੋ ਕਿਰਤ ਚਲਾਏ ਤਿਉ ਚੱਲੀਏ, ਤਉ ਗੁਣ ਨਾਹੀ ਅੰਤ। ਕਰਨੀ ਕਾਗਦ ਮਨ ਮਸਵਾਣੀ, ਉਹ ਮਰ ਕਹਿੰਦੇ ਸਭਨਾ ਲਿਖਿਆ ਬੁੜੀ ਕਲਾ। ਸਭਨਾ ਸਿਰ ਲਿਖਦਾ ਲੇਖ, ਵਿਣ ਕਲਮ ਮਸਵਾਣੀਏ। ਬਿਨਾ ਕਲਮ ਤੋਂ, ਬਿਨਾ ਸ਼ਾਹੀ ਤੋਂ ਤੇ ਬਿਨਾ ਅੱਖਰਾਂ ਤੋਂ ਲੇਖ ਲਿਖਦਾ ਹੈ ਉਹ। ਕੱਲ ਵੀ ਕਬੀਰ ਸਾਹਿਬ ਨੇ ਕਿਹਾ ਹੈ ਨਾ ਵੀ ਇਹ ਅੱਖਰ ਖਿਰ ਜਾਹੇਂਗੇ, ਉਹ ਅੱਖਰ ਇਨਮੇ ਨਾਹੀ। ਹੁਣ ਬੰਦਾ ਤੇ ਅੱਖਰ ਹੀ ਪੜੂਗਾ, ਬੰਦਾ ਤੇ ਕਲਮ ਨਾਲ ਲਿਖਿਆ ਪੜ ਲੂਗਾ। ਬੰਦਾ ਤਾਂ ਸ਼ਾਹੀ ਨਾਲ ਲਿਖਿਆ ਪੜ ਲੂਗਾ, ਤੇ ਜਿਹੜਾ ਬਿਨਾਂ ਸ਼ਾਹੀ ਤੋਂ ਲਿਖਿਆ ਗਿਆ ਹੈ, ਸਭਨਾ ਸਿਰ ਲਿਖਦਾ ਲੇਖ, ਬਿਨ ਕਲਮ ਮਸਮਾਣੀਏ। ਉਹ ਕਲਮ ਨਾਲ ਲਿਖਿਆ ਹੀ ਨਹੀਂ ਹੈ, ਉਹ ਸ਼ਾਹੀ ਨਾਲ ਲਿਖਿਆ ਹੀ ਨਹੀਂਗਾ, ਉਹ ਕਿਸੇ ਭਾਸ਼ਾ 'ਚ ਲਿਖਿਆ ਹੀ ਨਹੀਂ। ਜੇ ਭਾਸ਼ਾ 'ਚ ਲਿਖਿਆ ਹੁੰਦਾ ਤੇ ਹਰ ਬੰਦਾ ਪੜ੍ਹ ਲੈਂਦਾ ਫਿਰ ਆਪੋ ਆਪਣੇ ਭਾਗ। ਮੈਂ ਉਦਣ ਕਿਹਾ ਨਾ, ਮਸਤਕ ਭਾਗ ਰਾਜ ਕੋ ਲਿਖ ਦਿਓ ਵਿਧਾਤੇ। ਜੋ ਵਿਧਾਤੇ ਨੇ ਲਿਖ ਦਿੱਤਾ ਹੈ ਉਸ ਨੂੰ ਕੋਈ ਨਹੀਂ ਮੇਟ ਸਕਦਾ। ਤੇ ਲਿਖਿਆ ਕਿੱਥੇ ਆ? ਮੱਥੇ ਤੇ ਲਿਖਿਆ ਹੈ। ਕਿਸ ਤਰ੍ਹਾਂ ਲਿਖਿਆ ਵਾ? ਬਿਨਾਂ ਸ਼ਾਹੀ ਤੋਂ ਲਿਖਿਆ ਵਾ, ਬਿਨਾਂ ਕਲਮ ਤੋਂ ਲਿਖਿਆ। ਤੇ ਵੱਡੀ ਗੱਲ ਹੈ ਕਿ ਬਿਨਾਂ ਅੱਖਰਾਂ ਤੋਂ ਲਿਖਿਆ ਵਾ। ਕਰਮਾਂ ਦੀ ਦੁਨੀਆ 'ਚ ਅੱਖਰ ਨਹੀਂ ਹੈ। ਜਿੱਦਾਂ ਮਾਤਾ ਸੁਲੱਖਣ ਨੇ ਕਿਹਾ ਸੀ ਵੀ ਮੈਨੂੰ ਪੁੱਤਰ ਦੀ ਦਾਤ ਦਿਓ, ਸਾਹਿਬ ਕਹਿੰਦੇ ਤੇਰੇ ਭਾਗਾਂ 'ਚ ਨਹੀਂ ਲਿਖਿਆ। ਕਹਿਣ ਲੱਗੀ ਜੇ ਨਹੀਂ ਲਿਖਿਆ ਤਾਂ ਹੁਣ ਲਿਖ ਦਿਓ। ਹੁਣ ਭਾਗਾਂ 'ਤੇ ਹੁਣ ਕਿਵੇਂ ਲਿਖਿਆ ਜਾਊਗਾ? ਬਾਬਾ ਆਦਮ ਨੇ ਜਦੋਂ ਗੁਰੂ ਰਾਮਦਾਸ ਜੀ ਦੇ ਕੋਲੋਂ ਔਲਾਦ ਦੀ ਪ੍ਰਾਪਤੀ ਵਾਸਤੇ ਅਰਦਾਸ ਕੀਤੀ, ਮੰਗ ਮੰਗੀ, ਤੇ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਕਹਿਣ ਲੱਗੇ ਵੀ ਤੁਹਾਡੇ ਭਾਗਾਂ 'ਚ ਨਹੀਂ ਲਿਖਿਆ। ਬੜਿਆਂ ਨੂੰ ਸਾਹਿਬਾਂ ਨੇ ਕਿਹਾ ਤੁਹਾਡੇ ਭਾਗਾਂ 'ਚ ਨਹੀਂ ਲਿਖਿਆ, ਪਰ ਉਹ ਕੀ ਹੈ? ਜਿਹੜਾ ਸਾਡਾ ਸੁਭਾਅ ਹੈ ਨਾ, ਇਹ ਸਾਡਾ ਲਿਖਿਆ ਹੋਇਆ ਵਾ। ਬਿਨਾਂ ਕਲਮ ਤੋਂ ਲਿਖਿਆ ਗਿਆ ਸਾਡਾ ਸੁਭਾਅ ਹੈ। ਹਰ ਬੰਦੇ ਦਾ ਆਪਣਾ ਸੁਭਾਅ ਹੈ।
ਤੇ ਮਹਾਰਾਜ ਕਹਿੰਦੇ ਸਭਨਾ ਸਿਰ ਲਿਖਦਾ ਲੇਖ ਵਿਣ ਕਲਮ ਮਸਵਾਣੀਏ। ਉਹ ਕਿਸ ਭਾਸ਼ਾ ਵਿੱਚ ਲਿਖਿਆ ਗਿਆ ਵਾ? ਚਾਈਨਾ ਵਾ, ਪੰਜਾਬੀ ਆ, ਹਿੰਦੀ ਆ, ਉਰਦੂ ਆ, ਕਿਹੜੀ ਭਾਸ਼ਾ ਜਿਹਦੇ 'ਚ ਰੱਬ ਨੇ ਸਾਡੇ ਕਰਮ ਲਿਖੇ ਨੇ? ਮਹਾਰਾਜ ਕਹਿੰਦੇ ਉਹ ਕੋਈ ਭਾਸ਼ਾ ਨਹੀਂ ਹੈ, ਉਹ ਕਿਸੇ ਭਾਸ਼ਾ 'ਚ ਲਿਖਿਆ ਹੀ ਨਹੀਂ ਹੈ। ਜੇ ਕਿਸੇ ਭਾਸ਼ਾ 'ਚ ਲਿਖਿਆ ਹੁੰਦਾ ਉਹ ਕੇਵਲ ਤਾਂ ਬੰਦੇ ਪੜ੍ਹ ਲੈਂਦੇ, ਬਟ ਜਿਹੜੀ ਰੱਬ ਦੀ ਭਾਸ਼ਾ ਵਾ ਨਾ ਉਹ ਕੇਵਲ ਰੱਬ ਹੀ ਜਾਣਦਾ ਹੈ। ਜਾਂ ਫਿਰ ਰੱਬ ਦੀ ਭਾਸ਼ਾ ਨੂੰ ਕੋਈ ਮਹਾਂਪੁਰਖ ਸੰਤ ਪੜ੍ਹ ਲੈਂਦਾ ਹੈ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਤੇ ਇਹ ਕਿਹਾ ਸੀ ਜਿਹੜਾ ਜਿਹਦੇ ਹੁਕਮ 'ਚ ਚੱਲਣਾ ਹੈ ਨਾ ਉਹ ਤੇਰੇ ਅੰਦਰ ਲਿਖਿਆ ਹੈ। ਨਾ ਹੁਕਮ ਰਜਾਹੀਂ ਚੱਲਣਾ ਨਾਨਕ ਲਿਖਿਆ। ਕਿੱਥੇ ਲਿਖਿਆ ਹੈ? ਨਾਲ ਲਿਖਿਆ ਹੈ, ਤੇਰੇ ਨਾਲ ਲਿਖਿਆ ਹੈ। ਬਾਹਰ ਤਾਂ ਲਿਖਿਆ ਹੀ ਨਹੀਂਗਾ ਕਿਤੇ, ਤੇ ਬਾਹਰੋਂ ਕਿਤੇ ਪੜ੍ਹਿਆ ਵੀ ਨਹੀਂ ਜਾ ਸਕਦਾ। ਆਪਣੇ ਸੁਭਾਅ ਨੂੰ ਤੁਸੀਂ ਕੇਵਲ ਆਪ ਪੜ੍ਹ ਸਕਦੇ ਹੋ, ਅੰਦਰੋਂ ਪੜ੍ਹ ਸਕਦੇ ਹੋ। ਤੇ ਮਹਾਰਾਜ ਨੇ ਜਿਹੜੇ ਇਹ ਲੋਕਾਂ ਨੇ ਤਰੀਕੇ ਅਪਣਾਏ ਸੀ ਕਿ ਸੋਚ ਰੱਖੋ, ਤੀਰਥਾਂ ਤੇ ਜਾਓ, ਗਿਆਨ ਇਕੱਠਾ ਕਰੋ। ਮਹਾਰਾਜ ਕਹਿੰਦੇ ਨਾ ਸੋਚੇ ਸੋਚ ਨਾ, ਸੋਚ ਕਰੇ ਦਿਨ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਮਨ ਮੈਲਾ ਹੈ ਤੇ ਮਨ ਨੂੰ ਧੋਣਾ ਪਵੇਗਾ। ਸੋਚ ਕਰੇ ਦਿਨ ਰਾਤ, ਤੂੰ ਦਿਨੇ ਵੀ ਨਹਾਈ ਜਾ ਤੇ ਰਾਤ ਨੂੰ ਵੀ ਨਹਾਈ ਜਾ ਤੇ ਅੰਦਰੋਂ ਮੈਲ ਨਹੀਂ ਜਾਣੀ। ਮੈਲ ਤੇ ਅੰਦਰ ਵਾ, ਇਸ਼ਨਾਨ ਬਾਹਰ ਵਾ। ਤੇ ਤੂੰ ਆਖੇ ਕਿ ਮੈਂ ਮੂੰਹ ਨੂੰ ਚੁੱਪ ਕਰਕੇ ਤੇ ਮੈਂ ਅੰਦਰ ਨੂੰ ਚੁੱਪ ਕਰਾ ਲੂੰਗਾ। ਸਾਹਿਬ ਕਹਿੰਦੇ ਅੰਦਰ ਇਸ ਤਰ੍ਹਾਂ ਚੁੱਪ ਨਹੀਂ ਹੁੰਦਾ। ਜੈਸੇ ਤੁਸੀਂ ਮੂੰਹ ਬੰਦ ਕਰੋਗੇ ਤੇ ਮਨ ਤੇ ਪਹਿਲੇ ਨਾਲੋਂ ਵੱਧ ਬੋਲਣਾ ਸ਼ੁਰੂ ਕਰ ਦਿੰਦਾ ਹੈ। ਇਹ ਜਿੱਦਣ ਮਨ ਵਸੇ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਵੇ। ਜਿੱਦਣ ਕੋਈ ਗੁਰੂ ਦੀ ਸੇਵਾ ਨੂੰ ਸਮਰਪਿਤ ਹੋ ਜਾਂਦਾ ਹੈ, ਜਿੱਦਣ ਕੋਈ ਗੁਰੂ ਜਪਣ ਲੱਗ ਪੈਂਦਾ, ਫਿਰ ਸਮਾਂ ਆਉਂਦਾ ਹੈ ਕਿ ਮਨ ਇੱਕ ਦਿਨ ਚੁੱਪ ਹੋ ਜਾਂਦਾ ਹੈ। ਜਿੱਦਣ ਮਨ ਚੁੱਪ ਹੋ ਜਾਂਦਾ ਹੈ ਨਾ, ਉਸ ਦਿਨ ਮਨ ਰੱਬ ਦਾ ਰੂਪ ਹੋ ਜਾਂਦਾ ਹੈ। ਜਿਹੜਾ ਅਸੀਂ ਕਹਿੰਦੇ ਨਾ ਕਿ ਮਨ ਤੂੰ ਜੋਤ ਸਰੂਪ ਹੈ। ਜੇ ਮਨ ਵਾਕਈ ਜੋਤ ਸਰੂਪ ਹੈ ਤੇ 24 ਘੰਟੇ ਮਾੜਾ ਕਿਉਂ ਸੋਚਦਾ ਹੈ? ਫਿਰ ਇਹਦੇ ਅੰਦਰ ਈਰਖਾ ਕਿੱਥੋਂ ਆ ਗਈ? ਫਿਰ ਜੇ ਮਨ ਜੋਤ ਸਰੂਪ ਹੈ ਤੇ ਇਹਦੇ ਅੰਦਰ ਇਹ ਕ੍ਰੋਧ ਕਿੱਥੋਂ ਆ ਗਿਆ? ਫਿਰ ਜੋਤ ਦੇ ਅੰਦਰ ਤਾਂ ਕ੍ਰੋਧ ਨਹੀਂ ਹੈ। ਮਨ ਤੂੰ ਜੋਤ ਸਰੂਪ ਹੈ, ਫਿਰ ਤਾਂ ਕ੍ਰੋਧ ਨਹੀਂ ਚਾਹੀਦਾ, ਫਿਰ ਤਾਂ ਮੋਹ ਨਹੀਂ ਚਾਹੀਦਾ, ਫਿਰ ਤੇ ਹੰਕਾਰ ਨਹੀਂ ਚਾਹੀਦਾ, ਕਾਮ ਨਹੀਂ ਚਾਹੀਦਾ। ਤੇ ਇਹ ਤੇ ਇਹਨਾਂ ਚੀਜ਼ਾਂ ਨਾਲ ਭਰਿਆ ਪਿਆ ਤੇ ਜੋਤ ਸਰੂਪ ਕਿਸ ਤਰ੍ਹਾਂ ਹੋ ਗਿਆ? ਫਿਰ ਨਹੀਂ, ਜਿਸ ਦਿਨ ਜਪਦਿਆਂ ਇਹ ਜਿਹਨੂੰ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਮਾਇਆ ਮਮਤਾ ਤਨ ਤੇ ਭਾਗੀ, ਉਪਜਿਓ ਨਿਰਮਲ ਗਿਆਨ। ਗਿਆਨ ਬਾਹਰੋਂ ਨਹੀਂ ਮਿਲਣਾ, ਗਿਆਨ ਅੰਦਰੋਂ ਪੈਦਾ ਹੋਣਾ ਹੈ। ਬਾਹਰੋਂ ਤੇ ਉਹ ਅੰਦਰ ਦੇ ਗਿਆਨ ਦਾ ਕੇਵਲ ਇਸ਼ਾਰਾ ਹੀ ਹੁੰਦਾ ਹੈ। ਕਬੀਰ ਕੋ ਆਪਣਾ ਗਿਆਨ ਹੈ, ਫਰੀਦ ਸਾਹਿਬ ਕੋ ਆਪਣਾ ਗਿਆਨ ਹੈ। ਮੈਂ ਤੇ ਉਧਰ ਵੀ ਕਿਹਾ ਸੀ ਨਾ ਕਿ ਕਬੀਰ ਸਾਹਿਬ ਨੇ ਕਿਹਾ ਕਿ ਅੱਲਾ ਪਾਕੰ ਪਾਕ ਹੈ, ਸਕ ਕਰੋ ਜੇ ਦੂਸਰ ਹੋਏ। ਇਹ ਹੁਣ ਮੇਰੇ ਤੇ ਥੋੜਾ ਲਾਗੂ ਹੁੰਦਾ ਕਿ ਮੈਂ ਵੀ ਆਖਾਂ ਕਿ ਵਾਕਈ ਅੱਲਾ ਪਾਕੰ ਪਾਕ ਹੈ। ਇਹ ਕਬੀਰ ਦਾ ਗਿਆਨ ਹੈ, ਮੇਰਾ ਗਿਆਨ ਨਹੀਂ ਹੈ। ਮਾਧੋ ਅਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ। ਬਾਹਰੋਂ ਗ੍ਰੰਥ ਪੜ੍ਹੀ ਜਾਓ, ਪਰ ਮਰ ਕਹਿੰਦੇ ਅੰਦਰ ਦਾ ਦੀਵਾ ਤੇ ਬਹੁਤ ਮੈਲਾ ਹੋ ਚੁੱਕਾ ਹੈ। ਮਾਧੋ ਅਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ।
ਜਿੰਨਾ ਚਿਰ ਅੰਦਰ ਦਾ ਦੀਵਾ ਨਹੀਂ ਜਗਦਾ, ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ। ਜਿੱਦਣ ਅੰਦਰ ਗਿਆਨ ਦਾ, ਅੰਦਰਲੇ ਗਿਆਨ ਦਾ ਦੀਵਾ ਬਲ ਤੇ ਰਿਹਾ ਵਾ, ਉਹ ਜਿਹੜਾ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਜੋਤ ਸਰੂਪ ਨਹੀਂ ਹੈ ਮਨ। ਹਾਂ, ਇਹ ਹੋ ਸਕਦਾ ਜੋਤ ਸਰੂਪ ਜੇ ਕਿਸੇ ਗੁਰੂ ਪੀਰ ਦੀ ਸ਼ਰਨ ਵਿੱਚ ਜਾਵੇ, ਗੁਰੂ ਗੁਰੂ ਧਿਆਵੇ, ਗੁਰੂ ਗੁਰੂ ਜਪੇ ਤੇ ਪੈ ਟਹਿਲ ਪਾਵਣੀ ਚ ਰਵੇ, ਤੇ ਹੋ ਸਕਦਾ ਹੈ ਜੋਤ ਸਰੂਪ ਹੋ ਜੇ। ਵੈਸੇ ਮਨ ਜੋਤ ਸਰੂਪ ਨਹੀਂ ਹੈ। ਤੇ ਮਰ ਕਹਿੰਦੇ ਮਾਧੋ ਅਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ। ਬੰਦਿਆ ਤੇਰਾ ਅੰਦਰ ਦੀ ਸਮਝ ਸੋਚ ਜਿਹੜੀ ਉਹ ਮਲੀਨ ਹੋ ਚੁੱਕੀ ਆ। ਕਿਸੇ ਜਾਨਵਰ ਦੀ ਸੋਚ ਮਲੀਨ ਨਹੀਂ ਹੈ, ਕਿਸੇ ਪਸ਼ੂ ਪੰਛੀ ਦੀ ਜੋਤ ਮਲੀਨ ਨਹੀਂ ਹੈ, ਮਤ ਮਲੀਨ ਨਹੀਂ ਹੈ। ਸਾਡੀ ਮਤ ਮਲੀਨ ਹੈ, ਸਾਡੀ ਮਤ ਮਲੀਨ ਹੈ। ਇੱਕ ਹੋਰ ਬਚਨ ਆਉਂਦਾ ਕਬੀਰ ਸਾਹਿਬ ਜੀ ਦਾ, ਬਾਬਾ ਮਾਇਆ ਮੋਹ ਹਿਤ ਕੀਨ। ਐ ਬੰਦੇ ਤੂੰ ਇਸ ਸੰਸਾਰ ਦੀ ਮੋਹ ਮਮਤਾ ਨਾਲ ਪਿਆਰ ਪਾਇਆ ਹੋਇਆ ਵਾ ਨਾ, ਤੇ ਇਸ ਸੰਸਾਰ ਦੀ ਮੋਹ ਮਮਤਾ ਨੇ ਤੇਰਾ ਅੰਦਰ ਦਾ ਗਿਆਨ ਖਤਮ ਕਰ ਦਿੱਤਾ ਹੋਇਆ ਹੈ। ਬਾਬਾ ਮਾਇਆ ਮੋਹ ਹਿਤ ਕੀਨ, ਜਿਨ ਗਿਆਨ ਰਤਨ ਹਿਰ ਲੀਨ। ਤੇਰਾ ਗਿਆਨ ਤੇਰੇ ਕੋਲ ਸੀ, ਨਾਨਕ ਲਿਖਿਆ ਨਾਲ, ਉਹ ਤੇਰੇ ਨਾਲ ਸੀ ਲਿਖਿਆ ਹੋਇਆ। ਜਿਸ ਨੂੰ ਤੂੰ ਪੜ੍ਹਨਾ ਸੀ ਉਹ ਪੜ੍ਹਿਆ ਹੀ ਨਹੀਂ ਗਿਆ, ਤੇਰੇ ਕੋਲ ਗਿਆਨ ਨਹੀਂ ਰਿਹਾ। ਬਾਬਾ ਮਾਇਆ ਮੋਹ ਹਿਤ ਕੀਨ, ਜਿਨ ਗਿਆਨ ਰਤਨ ਹਿਰ ਲੀਨ। ਤੇ ਮਰ ਕਿਤੇ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਉਹ ਤੈਨੂੰ ਬਾਹਰੋਂ ਨਹੀਂ ਕਿਤੇ ਪੜ੍ਹਨ ਨੂੰ ਮਿਲਣਾ, ਜਿਹੜਾ ਤੇਰੇ ਨਾਲ ਲਿਖਿਆ ਵਾ। ਜਿਹਦੇ ਹੁਕਮ 'ਚ ਤੂੰ ਚੱਲਣਾ ਨਾ, ਉਹ ਤੇਰੇ ਅੰਦਰ ਵਾ। ਹੁਕਮ ਰਜ਼ਾਈ ਚੱਲਣਾ, ਕਿਸ ਦੇ ਹੁਕਮ 'ਚ ਚੱਲਣਾ ਹੈ? ਉਹ ਜਿਹੜਾ ਤੇਰਾ ਨਾਲ, ਤੇਰੇ ਨਾਲ ਲਿਖਿਆ ਗਿਆ, ਉਸ ਦੇ ਹੁਕਮ 'ਚ ਤੂੰ ਚੱਲਣਾ ਹੈ। ਪਰ ਅਸੀਂ ਉਸ ਨੂੰ ਪੜ੍ਹ ਨਹੀਂ ਸਕਦੇ ਤੇ ਅਸੀਂ ਉਸ ਦੇ ਹੁਕਮ 'ਚ ਚੱਲ ਨਹੀਂ ਸਕਦੇ। ਇਹ ਸੀ ਸਾਡੀ ਜਿਹੜੀ ਕੱਲ ਵਾਲੀ ਪੌੜੀ, ਉਹਦੀ ਵਿਆਖਿਆ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬੈਠੇ ਹੋਏ ਨੇ, ਤੇ ਇਹ ਜਪਜੀ ਸਾਹਿਬ ਦਾ ਪਾਠ ਬਾਬਾ ਬੁੱਢਾ ਜੀ ਕਰਦੇ ਨੇ। ਕਿਉਂਕਿ ਕਬੀਰ ਸਾਹਿਬ ਨੇ ਵੀ ਕਿਹਾ ਸੀ ਨਾ ਕਿ ਗੰਗ ਨਹਾਏ ਜੋ ਨਰ ਤਰ ਹੈ। ਜੇ ਵਾਕਿਆ ਹੀ ਬਾਹਰਲੇ ਤੀਰਥਾਂ ਤੇ ਇਸ਼ਨਾਨ ਕੀਤਿਆਂ ਹੋਇਆਂ ਕੁਛ ਹੁੰਦਾ, ਗੰਗ ਨਹਾਏ ਜੋ ਨਰ ਤਰ ਹੈ, ਮੈਂਡਕ ਕਿਉਂ ਨਾ ਤਰ ਹੈ, ਜਾਂ ਕਿ ਗੰਗਾ में ਕਰ ਹੈ। ਕਬੀਰ ਸਾਹਿਬ ਕਹਿੰਦੇ ਕੋਈ ਬੰਦਾ ਗੰਗਾ ਤੇ ਜਾ ਕੇ ਡੁੱਬੀ ਲਾ ਕੇ ਆਖੇ ਮੈਂ ਤਰ ਗਿਆ। ਕਬੀਰ ਸਾਹਿਬ ਕਹਿੰਦੇ ਫਿਰ ਡੱਡੂ ਤੇ ਤੇਰੇ ਤੋਂ ਪਹਿਲਾਂ ਦੇ ਤਰੇ ਹੋਏ ਨੇ, ਗੰਗਾ 'ਚ ਬੈਠੇ ਹੋਏ ਨੇ। ਗੰਗ ਨਹਾਏ ਸੋਚੇ ਸੋਚ ਨਾ ਹੋਵਈ, ਗੰਗ ਨਹਾਏ ਜੋ ਨਰ तर है, मैंडक क्यों ना तर है, जाके गंगा में कर है। जटा बढ़ाए जो नर जे नर तर है, कोई आखे कि मेरियां जटावां लंमियां हो गईयां, ਤੇ ਜਟਾਵਾਂ ਦਾ ਧਰਮ ਦੇ ਨਾਲ ਕੀ ਮਤਲਬ ਹੈਗਾ ਹੈ? ਕਬੀਰ ਨੇ ਵੀ ਕਿਹਾ ਨਾ, ਕਬੀਰ ਜਿਹੜਾ ਕਹਿੰਦੇ ਘਰਣ ਮੁੜਾਏ, ਕਬੀਰ ਪ੍ਰੀਤ ਏਕ ਸੋ ਕੀਏ ਆਣ ਦੁਬਦਾ ਜਾਵੇ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਤੂੰ ਬੜੀਆਂ ਬੜੀਆਂ ਜਟਾਵਾਂ ਕਰ ਲੈ, ਤੇ ਭਾਵੇਂ ਘਰੜ ਮੁੜਾਏ। ਕੁਝ ਮਤ ਨੇ ਜਿਹੜੇ ਲੰਮੀਆਂ ਲੰਮੀਆਂ ਜਟਾਵਾਂ ਕਰਦੇ ਨੇ ਬੋੜ ਦਾ ਦੁੱਧ ਲਾ ਲਾ ਕੇ, ਤੇ ਕੁਝ ਜੈਨੀ ਮਤ ਨੇ ਜਿਹੜੇ ਆਪਣੇ ਸਿਰ ਦੇ ਵਾਲ ਕੱਲੇ ਕੱਲਾ ਕਰਕੇ ਪੁੱਟਦੇ ਨੇ। ਇੱਥੇ ਇਹ ਸਾਡਾ ਜਿਗਰ ਨਹੀਂ ਹੈ ਵੀ ਕਬੀਰ ਨੇ ਕਿਹਾ ਵੀ ਭਾਵੇਂ ਕੇਸ ਮਨਾ ਲਓ ਤੇ ਭਾਵੇਂ ਰੱਖ ਲਓ, ਤੁਹਾਡੀ ਆਪਣੀ ਮਰਜ਼ੀ ਹੈ। ਕਈ ਇਸ ਤਰ੍ਹਾਂ ਵੀ ਇਸ ਦਾ ਅਰਥ ਕਰਦੇ ਨੇ। ਕਬੀਰ ਪ੍ਰੀਤ ਏਕ ਸੂ ਕੀਏ, ਐ ਬੰਦੇ ਤੂੰ ਇੱਕ ਨਾ ਜਿੱਦਣ ਤੇਰੀ ਪ੍ਰੀਤ ਪੈ ਗਈ ਨਾ,
ਆਨ ਦੁਬਧਾ ਜਾਏ, ਜੇ ਤੇਰੇ ਅੰਦਰੋਂ ਹੋਰ ਦੁਬਧਾ ਮੁੱਕ ਗਈ, ਭਾਵੇਂ ਲਾਂਬੇ ਕੇਸ ਕਰ ਤੇ ਭਾਵੇਂ ਘਰੜ ਮੜਾਏ। ਇਹ ਕੋਈ ਅਰਥ ਨਹੀਂ ਰੱਖਦਾ ਕਿ ਤੂੰ ਲੰਮੀਆਂ ਜਟਾਵਾਂ ਕੀਤੀਆਂ ਹੋਈਆਂ ਨੇ, ਤੇ ਇਹ ਕੋਈ ਧਰਮ ਦੀ ਦੁਨੀਆ ਅੰਦਰ ਕੋਈ ਅਰਥ ਨਹੀਂ ਰੱਖਦਾ ਕਿ ਤੂੰ ਆਪਣੇ ਸਿਰ ਦੇ ਵਾਲ ਪੁੱਟੇ ਹੋਏ ਨੇ, ਘਰੜ ਮੜਾਏ ਹੋਏ ਨੇ। ਇੱਕ ਜੈਨੀ ਤੁਰੋਂ ਖਵਾਏ, ਜਿਹੜਾ ਬਾਹਰ ਜ਼ਿਕਰ ਕੀਤਾ ਜੈਨੀਆਂ ਦਾ। ਤੇ ਕਬੀਰ ਸਾਹਿਬ ਕਹਿੰਦੇ ਨੇ, ਜਟਾਂ ਵਢਾਏ ਜੋ ਨਰ ਤਰ ਹੈ, ਮੋਰ ਕਿਉਂ ਨਾ ਤਰ ਹੈ ਜਨ ਕੇ ਲੰਮੇ ਲੰਮੇ ਪਰ ਹੈ। ਜੇ ਲੰਮੀਆਂ ਜਟਾਵਾਂ ਨਾਲ ਕੋਈ ਤਰਦਾ ਹੁੰਦਾ ਤੇ ਮੋਰ ਤਰ ਜਾਂਦੇ, ਮੋਰਾਂ ਦੇ ਬੜੇ ਬੜੇ ਲੰਮੇ ਖੰਭ ਹੁੰਦੇ ਨੇ। ਤੇ ਸੰਖ ਬਜਾਏ ਜੋ ਨਰ ਤਰ ਹੈ, ਗਧੇ ਕਿਉਂ ਨਾ ਤਰ ਹੈ ਜਨ ਕੇ ਸੰਖ ਜੈਸੇ ਸੁਰ ਹੈ। ਜੇ ਕੋਈ ਨਾਦ ਵਜਾਉਣ ਦੇ ਨਾਲ, ਸੰਖ ਵਜਾਉਣ ਦੇ ਨਾਲ ਕਿਸੇ ਦਾ ਪਾਰ ਉਤਾਰਾ ਹੁੰਦਾ, ਕਬੀਰ ਸਾਹਿਬ ਕਹਿੰਦੇ ਗਧਾ ਵੇਖ ਕਿੱਡੀ ਲੰਮੀ ਆਵਾਜ਼ ਕੱਢਦਾ ਹੈ। ਤੇ ਜੇ ਯੋਗਾ ਅਭਿਆਸ ਕਰਨ ਦੇ ਨਾਲ ਕੋਈ ਪਾਰ ਉਤਾਰਾ ਹੁੰਦਾ ਤੇ ਖੋਤੇ ਨਾਲ ਦਾ ਯੋਗਾ ਕੋਈ ਬਾਬਾ ਕਰ ਨਹੀਂ ਸਕਦਾ। ਮੈਂ ਤੇ ਅੱਗੇ ਵੀ ਕਹਿੰਦਾ ਹੁੰਦਾ ਵੀ ਬੰਦੇ ਨਾਲੋਂ ਖੋਤਾ ਵੱਧ ਯੋਗਾ ਅਭਿਆਸ ਕਰ ਲਾ, ਉਹਨੂੰ ਕੋਈ ਯੋਗ ਗੁਰੂ ਕਹਿੰਦਾ ਹੀ ਨਹੀਂਗਾ। ਖੋਤੇ ਨੂੰ ਯੋਗ ਗੁਰੂ ਕੌਣ ਕਹੂਗਾ? ਬੰਦੇ ਨਾਲੋਂ ਤੇ ਕੁੱਤਾ ਬਹੁਤ ਸਿਆਣੀ ਨਸਲ ਵਾ। ਚੋਰੀ ਹੋ ਜੇ ਤੇ ਕੁੱਤੇ ਲੱਭ ਲੈਂਦੇ ਨੇ, ਕਤਲ ਹੋ ਜੇ ਤੇ ਕੁੱਤੇ ਲੱਭ ਲੈਂਦੇ ਨੇ, ਬੰਦੇ ਨਹੀਂ ਲੱਭ ਸਕਦੇ। ਕਿਉਂ? ਕਿ ਬਾਬਾ ਮਾਧੋ ਹਿਤ ਵਿਦਿਆ ਹੈ ਤਕੀਨ, ਵਿਵੇਕ ਦੀਪ ਮਲੀਨ। ਸਾਡਾ ਜਿਹੜਾ ਅੰਦਰ ਦਾ ਜਗਦਾ ਦੀਵਾ ਸੀ ਨਾ, ਉੱਤੇ ਮਿੱਟੀ ਚੰਬੜੀ ਹੋਈ ਹੈ। ਉਹ ਜਗ ਤਾਂ ਰਿਹਾ ਪਰ ਸਾਨੂੰ ਰੋਸ਼ਨੀ ਨਹੀਂ ਦੇ ਰਿਹਾ। ਕਿਉਂ ਨਹੀਂ ਦੇ ਰਿਹਾ? ਉਹ ਉੱਤੇ ਮਿੱਟੀ ਚੰਬੜੀ ਹੋਈ ਹੈ। ਕਬੀਰ ਸਾਹਿਬ ਕਹਿੰਦੇ, ਸੰਖ ਬਜਾਏ ਜੋ ਨਰ ਤਰ ਹੈ, ਗਧੇ ਕਿਉਂ ਨਾ ਤਰ ਹੈ ਜਾਂ ਕੇ ਸੰਖ ਜੈਸੇ ਸੁਰ ਹੈ। ਕਹੋ ਕਬੀਰ ਵਹੀ ਨਰ ਤਰ ਹੈ। ਕੌਣ ਤਰਦਾ ਹੈ? ਸੋਚ ਕਰਨ ਵਾਲਾ। ਗਿਆਨੀ ਤਰਦਾ ਹੈ? ਨਹੀਂ ਨਹੀਂ, ਗਿਆਨੀ ਵੀ ਨਹੀਂ ਤਰਦਾ। ਹਾਂ, ਉਹ ਗਿਆਨੀ ਤਰਦਾ ਜਿਹਨੂੰ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਮਾਇਆ ਮਮਤਾ ਤਨ ਤੇ ਭਾਗੀ, ਉਪਜਿਓ ਨਿਰਮਲ ਗਿਆਨ। ਜਦੋਂ ਇਹ ਮੋਹ ਪਰਾਂ ਹੋ ਗਿਆ, ਈਰਸਾ ਪਰਾਂ ਹੋ ਗਈ, ਤੇ ਅੰਦਰੋਂ ਫਿਰ ਗਿਆਨ ਦਾ ਇੱਕ ਚਸ਼ਮਾ ਫੁੱਟਣਾ ਹੈ। ਉਹ ਗਿਆਨ ਵਾ, ਉਸ ਨੂੰ ਗਿਆਨ ਕਹਿੰਦੇ ਨੇ। ਉਹ ਅੱਜ ਲੋਕਾਂ ਦੇ ਕੋਲ ਨਹੀਂ ਹੈ, ਕਥਾਵਾਚਕਾਂ ਦੇ ਕੋਲ ਉਹ ਗਿਆਨ ਨਹੀਂ ਹੈ ਜਿਹੜਾ ਅੰਦਰ ਦਾ ਗਿਆਨ ਹੈ। ਜਿਹੜੀ ਅੰਦਰ ਦੀ ਸਮਝ ਆ ਉਹ ਸਾਡੇ ਕੋਲ ਨਹੀਂ ਹੈ। ਕਹੇ ਕਬੀਰ ਵਹੀ ਨਰ ਤਰ ਹੈ। ਕਿਹੜੇ? ਜਾਂ ਕੇ ਹਿਰਦੇ ਮੈਂ ਹਰ ਹੈ। ਜਿਹਦੇ ਅੰਦਰ ਹਰੀ ਦੇ ਨਾਮ ਨੇ ਵਾਸਾ ਕੀਤਾ ਹੋਇਆ, ਉਹ ਹੀ ਤਰ ਸਕਦਾ ਹੈ। ਤੇ ਆਓ ਖੈਰ, ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬੈਠੇ ਹੋਏ ਨੇ, ਤੇ ਬਾਬਾ ਬੁੱਢਾ ਜੀ ਉੱਥੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ। ਕਰਤਾਰਪੁਰ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੇ। ਮੇਰਾ ਅੱਜ ਵਿਸ਼ਾ ਸੀ ਕਿ ਜਪਜੀ ਸਾਹਿਬ ਦੇ ਪੜ੍ਹਨ ਦਾ ਕੀ ਫਲ ਵਾ, ਇਸ ਦਾ ਨਾਂ ਜਪ ਕਿਉਂ ਰੱਖਿਆ ਗਿਆ ਹੈ। ਬਾਕੀ ਬਾਣੀਆਂ ਦੇ ਵੱਖੋ ਵੱਖ ਨਾਮ ਨੇ, ਪਰ ਜਪਜੀ ਸਾਹਿਬ ਦਾ ਨਾਂ ਜਪ ਕਿਉਂ ਰੱਖਿਆ ਗਿਆ ਹੈ? ਜਪ ਦਾ ਮਤਲਬ ਹੈ ਜਪਣਾ। ਗੁਰੂ ਨਾਨਕ ਸਾਹਿਬ ਬੈਠੇ ਨੇ ਤੇ ਬਾਬਾ ਬੁੱਢਾ ਜੀ ਪਾਠ ਕਰਦੇ ਨੇ, ਤੇ ਸੰਗਤਾਂ ਸੁਣਦੀਆਂ, ਤੇ ਸੰਗਤਾਂ ਨੇ ਮੁੜ ਕੇ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਜੀ ਨੂੰ। ਕਹਿਣ ਲੱਗੇ, ਜਿਹੜਾ ਜਪਜੀ ਸਾਹਿਬ ਦਾ ਪਾਠ ਬਾਬਾ ਬੁੱਢਾ ਜੀ ਕਰਦੇ ਨੇ ਤੇ ਅਸੀਂ ਸੁਣਦੇ ਆ, ਇਹਦਾ ਕੀ ਫਲ ਵਾ? ਇਹ ਕਿਉਂ ਸੁਣਨਾ ਹੈ? ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਅਬ ਆਇਓ ਕਲ ਯੁਗ ਕੇ ਚਾਲਾ। ਕਹਿਣ ਲੱਗੀ, ਹੁਣ ਸਮਾਂ ਜਿਹੜਾ ਨਾ ਕਲ ਯੁਗ ਦਾ ਚੱਲ ਰਿਹਾ ਹੈ ਇਸ ਵੇਲੇ। ਜਦੋਂ ਸਿੱਖਾਂ ਨੇ ਪੁੱਛਿਆ, ਸੰਗਤਾਂ ਨੇ ਪੁੱਛਿਆ, ਮਹਾਰਾਜ ਇਹ ਜਪਜੀ ਸਾਹਿਬ ਦਾ ਪਾਠ ਕਿਉਂ ਕਰਨਾ ਵਾ? ਇਹ ਕਰਤਾਰਪੁਰ ਸਾਹਿਬ ਦੀ ਮਰਜ਼ਾਦਾ ਹੈ ਕਿ ਸੋਧਰ ਆਰਤੀ ਗਾਵੀਏ, ਅੰਮ੍ਰਿਤ ਵੇਲੇ ਜਾਪ ਉਚਾਰਾ। ਇਹ ਬਾਬਾ ਬੁੱਢਾ ਜੀ ਨਿਤਨੇਮ ਦੇ ਨਾਲ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦੇ ਨੇ, ਸੰਗਤਾਂ ਨੂੰ ਸੁਣਦੀਆਂ। ਤੇ ਹੁਣ ਮਨ ਦੇ ਵਿੱਚ ਸ਼ੰਕਾ ਆ ਗਿਆ ਵੀ ਜਪਜੀ ਸਾਹਿਬ ਦਾ ਪਾਠ ਕਿਉਂ ਸੁਣਨਾ ਤੇ ਕਿਉਂ ਕਰਨਾ ਹੈ?
ਗੁਰੂ ਨਾਨਕ ਸਾਹਿਬ ਕਹਿੰਦੇ ਅਬ ਆਇਓ ਕਲ ਜੁਗ ਕੇ ਕਾਲਾ, ਗੁਰ ਸਿੱਖੀ ਕੀ ਪ੍ਰਗਟ ਚਾਲਾ। ਕਲ ਯੁਗ ਦਾ ਸਮਾਂ ਵਾ ਤੇ ਅਸੀਂ ਸਿੱਖੀ ਦੀ ਰਹਿਤ ਮਰਜ਼ਾਦਾ ਪ੍ਰਗਟ ਕਰ ਦਿੱਤੀ ਆ। ਸ਼ਬਦ ਪ੍ਰੇਮ ਕਰਕੇ ਮੁਖ ਗਾਵੇ। ਕਹਿਣ ਲੱਗੇ ਕਲ ਯੁਗ ਦਾ ਸਮਾਂ ਵਾ ਤੇ ਸਿੱਖੀ ਦੀ ਰਹੁ ਰੀਤ ਹੈ ਕਿ ਸ਼ਬਦ ਨੂੰ ਗਾਉਣਾ ਬਹੁਤ ਜ਼ਰੂਰੀ ਹੈ। ਸ਼ਬਦ ਪ੍ਰੇਮ ਕਰਕੇ ਮੁਖ ਗਾਵੇ। ਸ਼ਬਦ ਨੂੰ ਜਦੋਂ ਵੀ ਗਾਉਣਾ ਹੈ ਪ੍ਰੇਮ ਨਾਲ ਗਾਉਣਾ ਹੈ। ਧਰਮ ਕਿਰਤ ਕਰ ਵੰਡ ਕੇ ਖਾਵੇ। ਅਸੀਂ ਦੋ ਗੱਲਾਂ ਦੇ ਦਿੱਤੀਆਂ ਜਦੋਂ ਸੰਗਤਾਂ ਨੇ ਪੁੱਛਿਆ ਮਹਾਰਾਜ ਬਾਣੀ ਕਿਉਂ ਪੜ੍ਹਨੀ ਕਿਉਂ ਸੁਣਨੀ। ਸਾਹਿਬ ਕਹਿੰਦੇ ਕਲਯੁਗ ਦਾ ਸਮਾਂ ਹੈ, ਇੱਥੇ ਉਹੀ ਬਚੇਗਾ ਜਿਹੜਾ ਬਾਣੀ ਪੜ੍ਹੇਗਾ, ਬਾਣੀ ਗਾਏਗਾ, ਬਾਣੀ ਸੁਣੇਗਾ। ਅਬ ਆਇਓ ਕਲਯੁਗ ਕੇ ਚਾਲਾ, ਗੁਰ ਸਿੱਖੀ ਪ੍ਰਗਟ ਹੈ ਚਾਲਾ। ਅਸੀਂ ਸਿੱਖੀ ਦੀ ਚਾਲ ਪ੍ਰਗਟ ਕਰ ਦਿੱਤੀ ਹੈ। ਸ਼ਬਦ ਪ੍ਰੇਮ ਕਰਕੇ ਮੁਖ ਗਾਵੇ, ਕਰਨ ਧਰਮ ਕਿਰਤ ਕੀ ਵੰਡ ਕੇ ਖਾਵੇ। ਸੁਣ ਸ਼ਬਦ ਕਰ ਪ੍ਰੇਮ ਬਸਾਲਾ। ਜਿਹੜਾ ਮਾਰ ਕਹਿੰਦੇ ਜਿਹੜਾ ਪ੍ਰੇਮ ਨਾਲ ਸ਼ਬਦ ਨਾਲ ਪਿਆਰ ਕਰੇਗਾ ਕਲਯੁਗ ਦੇ ਅੰਦਰ, ਤਿਨ ਕੀ ਕਰ ਹੈ ਕਲਿਆਣ ਕਿਰਪਾਲਾ। ਮਾਰ ਕਹਿਣ ਲੱਗੇ ਸੁਣੇ ਸ਼ਬਦ ਕਰ ਪ੍ਰੇਮ ਬਸਾਲਾ। ਜਿਹੜਾ ਇਸ ਜਪਜੀ ਸਾਹਿਬ ਨੂੰ ਪ੍ਰੇਮ ਨਾਲ ਸੁਣੇਗਾ ਤੇ ਹੋਏਗਾ ਕੀ ਫਿਰ। ਤਿਨ ਕੀ ਕਰ ਹੈ ਪ੍ਰਭ ਕਿਰਪਾਲਾ, ਤਿਨ ਕੀ ਕਰੇ ਕਲਿਆਣ ਕਿਰਪਾਲਾ। ਮਾਰ ਕਹਿੰਦਾ ਜਿਹੜਾ ਜਪਜੀ ਸਾਹਿਬ ਨਿਤ ਨੇਮ ਨਾਲ ਸੁਣੇਗਾ, ਰੋਜ਼ ਸੁਣੇਗਾ, ਉਹਦੀ ਕਲਿਆਣ ਹੋ ਜਾਊਗੀ। ਤੇ ਮਾਰ ਕਹਿੰਦੇ ਹੋਏ ਸਿੱਖ ਜਪ ਕੰਠ ਨਾ ਕੀਨੋ। ਜਿਹੜਾ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ ਤੇ ਜਪਜੀ ਸਾਹਿਬ ਦਾ ਪਾਠ ਉਹਨੂੰ ਯਾਦ ਹੀ ਨਹੀਂ ਹੈ, ਕੰਠ ਹੀ ਨਹੀਂ ਹੈ। ਅੱਜ ਕੱਲ੍ਹ ਦੇ ਤੇ ਕੀਰਤਨੀਏ ਵੀ ਹਾਰਮੋਨੀਏ ਤੇ ਮੋਬਾਈਲ ਰੱਖ ਕੇ ਤੇ ਉੱਥੋਂ ਸ਼ਬਦ ਪੜ੍ਹਦੇ ਨੇ। ਨਹੀਂ, ਇਹ ਮਰਜ਼ਾਦਾ ਨਹੀਂ ਹੈ। ਜਿਹੜਾ ਪੜ੍ਹਨਾ ਵਾ ਉਹਨੂੰ ਪਹਿਲਾਂ ਯਾਦ ਕਰਨਾ, ਉਹਦੇ ਅਰਥ ਨੂੰ ਸਮਝਣਾ ਤੇ ਫਿਰ ਗਾਂ ਲੋਕਾਂ ਨੂੰ ਸੁਣਾਉਣਾ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਹੋਏ ਸਿੱਖ ਜਪ ਕੰਠ ਨਾ ਕੀਨੋ। ਸਿੱਖਾ ਤੂੰ ਮੇਰਾ ਸਿੱਖ ਖਵਾਉਣਾ ਹੈ ਤੇ ਤੈਨੂੰ ਜਪਜੀ ਸਾਹਿਬ ਕੰਠ ਜ਼ਰੂਰ ਕਰਨਾ ਚਾਹੀਦਾ ਹੈ। ਤੇ ਜੇ ਨਹੀਂ ਤੈਨੂੰ ਜਪਜੀ ਸਾਹਿਬ ਕੰਠ ਯਾਦ ਤੇ ਹੋਏ ਸਿੱਖ ਜਪ ਕੰਠ ਨ ਕੀਨੋ, ਨਾਮ ਧਰੀਕ ਭੇਖ ਧਾਰ ਲੀਨੋ। ਉਹ ਸਾਡਾ ਭੇਖੀ ਸਿੱਖ ਵਾ ਜਿਹਨੂੰ ਜਪਜੀ ਸਾਹਿਬ ਯਾਦ ਨਹੀਂ ਹੈ। ਜਪਜੀ ਸੇਵਨ ਪ੍ਰੀਤ ਸੁਜਾਹੀ। ਕਹਿਣ ਲੱਗੇ ਜਿਹੜੇ ਜਪਜੀ ਨੂੰ ਪ੍ਰੇਮ ਨਾਲ ਜਪਣਗੇ, ਇਹ ਨਹੀਂ ਕਿ ਨਹਾਉਂਦਿਆਂ ਧੋਂਦਿਆਂ ਜਪ ਕੇ ਵਿਹਲੇ ਹੋ ਗਏ ਜਪਜੀ ਸਾਹਿਬ। ਨਹੀਂ, ਜਪਜੀ ਸੇਵਨ ਪ੍ਰੀਤ ਸੁਜਾਈ, ਮਮ ਸਮੀਪ ਪ੍ਰਾਪਤ ਹੋਏ ਤਾਈ। ਕਹਿਣ ਲੱਗੇ ਉਹ ਸਿੱਖ ਸਾਡੇ ਨਿਕਟ ਵਸੇਗਾ ਜਿਹੜਾ ਜਪਜੀ ਨੂੰ ਪ੍ਰੇਮ ਨਾਲ ਪੜ੍ਹੇਗਾ। ਜਪਜੀ ਸੇਵਨ ਪ੍ਰੀਤ ਸੁਜਾਈ, ਮਮ ਸਮੀਪ ਪ੍ਰਾਪਤ ਹੋਏ ਤਾਈ। ਸਾਡੀ ਪ੍ਰਾਪਤੀ ਤੇ ਸਾਡੀ ਨਿਕਟਤਾ, ਕਿਉਂਕਿ ਅਸੀਂ ਸ਼ਬਦ ਰੂਪ ਵਿੱਚ ਵਾਂ ਤੇ ਸਰੀਰ ਵਿੱਚ ਅਸੀਂ ਸਦਾ ਨਹੀਂ ਰਹਿਣਾ। ਜਿਹਨੇ ਸਾਡੇ ਨਾਲ ਸਦਾ ਸਰੀਰ ਜੋ ਰਹਿਣਾ ਚਾਹੁੰਦਾ ਗੁਰੂ ਦੇ ਨਾਲ, ਉਹ ਸ਼ਬਦ ਨੂੰ ਪੜ੍ਹੇ। ਮਾਰ ਕਹਿੰਦੇ ਧਰੇ ਕਾਮਣਾ ਪੜ੍ਹ ਹੈ ਇੱਕ ਮਨ। ਮਰ ਕਹਿੰਦੇ ਕੋਈ ਵੀ ਆਸਾ ਲਾ ਕੇ, ਕੋਈ ਵੀ ਸੰਕਲਪ ਲੈ ਕੇ ਮਨ ਦੇ ਵਿੱਚ ਤੇ ਜਪਜੀ ਸਾਹਿਬ ਦਾ ਪਾਠ ਕਰੋ। ਜਿੱਦਾਂ ਭਾਈ ਗੋਪਾਲੇ ਨੇ, ਛੇਵੇਂ ਪਾਤਸ਼ਾਹ ਨੇ ਆਖਿਆ ਭਾਈ ਕੋਈ ਸਿੱਖ ਹੈ ਜਿਹੜਾ ਸੁੱਧ ਜਪਜੀ ਸਾਹਿਬ ਦਾ ਸਾਨੂੰ ਪਾਠ ਸੁਣਾਵੇ। ਇਹ ਸ਼੍ਰੀ ਹਰਗੋਬਿੰਦ ਸਾਹਿਬਪੁਰੇ ਦੀ ਗੱਲ ਹੈ। ਤੇ ਭਾਈ ਗੋਪਾਲਾ ਕਹਿਣ ਲੱਗਾ ਮਹਾਰਾਜ ਜੇ ਤੁਸੀਂ ਕਿਰਪਾ ਕਰੋ ਤੇ ਮੈਂ ਤੁਹਾਨੂੰ ਸੁਣਾ ਸਕਦਾ ਜਪਜੀ ਸਾਹਿਬ ਦਾ ਪਾਠ। ਤੇ ਜਦੋਂ ਭਾਈ ਉਹ ਸਿੱਖ ਪਾਠ ਸੁਣਾਉਂਦਾ ਅੱਗੇ ਗਿਆ ਤੇ ਉਹਦੇ ਮਨ 'ਚ ਸੰਕਲਪ ਆ ਗਿਆ ਵੀ ਜੇ ਸੱਚੇ ਪਾਤਸ਼ਾਹ ਨੇ ਆਖਿਆ ਕੁਝ ਮੰਗ ਲਾ ਤੇ ਮੈਂ ਕਹੂੰਗਾ ਵਧੀਆ ਘੋੜਾ ਦੇ ਦਿਓ ਮੈਨੂੰ। ਤੇ ਮਾਰ ਛੇਵੇਂ ਪਾਤਸ਼ਾਹ ਕਹਿਣ ਲੱਗੇ ਅਸੀਂ ਤੇ ਤੈਨੂੰ ਬੜਾ ਕੁਛ ਦੇਣਾ ਸੀ। ਜਪਜੀ ਸਾਹਿਬ ਪੜ੍ਹਨ ਦਾ ਬੜਾ ਵੱਡਾ ਮਹਾਤਮਾ, ਜਿਹੜਾ ਇੱਕ ਮਨ ਇੱਕ ਚਿੱਤ ਹੋ ਕੇ ਜਪ ਗਿਆ ਨਾ ਜਪਜੀ ਸਾਹਿਬ, ਇਸ ਤੋਂ ਉੱਪਰ ਕੋਈ ਕਰਮ ਧਰਮ ਨਹੀਂ ਹੈ।
ਕਹਿਣ ਲੱਗੇ ਇਹ ਜਪਜੀ ਸਾਹਿਬ ਦਾ ਬੜਾ ਵੱਡਾ ਮਹਾਤਮ ਸੀ ਤੇ ਅਸੀਂ ਤੈਨੂੰ ਬੜਾ ਕੁਛ ਦੇਣਾ ਸੀ ਤੇ ਤੇਰੀ ਤਾਂ ਸੁਰਤ ਹੁਣ ਘੋੜੇ ਵਿੱਚ ਹੀ ਆ ਚਲ ਗਈ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਨੇ, ਕਵੀ ਸੰਤੋਖ ਸਿੰਘ ਜੀ ਹੋਰਾਂ ਨੇ ਲਿਖਿਆ ਕਿ ਧਰੇ ਕਾਮਨਾ ਪੜ ਹੈ ਇੱਕ ਮਨ। ਕਹਿਣ ਲੱਗੇ ਜਦੋਂ ਤੂੰ ਜਪਜੀ ਸਾਹਿਬ ਦਾ ਪਾਠ ਕਰਨਾ ਤੇ ਇੱਕ ਚਿੱਤ ਹੋ ਕੇ ਪੜਨਾ, ਉਦੋਂ ਤੇਰੇ ਮਨ ਵਿੱਚ ਕੋਈ ਦੂਸਰਾ ਸੰਕਲਪ ਨਾ ਹੋਵੇ। ਪਰ ਇਹ ਸੰਕਲਪਾਂ ਨਾਲ ਤੇ ਮਨ ਭਰ ਜਾਂਦਾ। ਪੜੇ ਕਾਮਨਾ ਤਰ ਹੈ ਇੱਕ ਮਨ, ਹੋਏ ਸੰਪੂਰਨ ਤਿਤ ਕੀ ਤਤਸ਼ਨ। ਕਹਿਣ ਲੱਗੇ ਜਿੱਦਣ ਤੂੰ ਜਪਜੀ ਸਾਹਿਬ ਦਾ ਪਾਠ ਸੁੱਧ ਕਰ ਗਿਓ, ਬਿਨਾਂ ਫੁਰਨੇ ਤੋਂ ਕਰ ਗਿਓ, ਤੇ ਜਿਹੜਾ ਤੂੰ ਸੰਕਲਪ ਮੁੜ ਕੇ ਕਰੇਗਾ ਤੇਰਾ ਉਹੀ ਪੂਰਾ ਹੋ ਜਾਊਗਾ, ਤੇਰੀ ਸਾਰੀਆਂ ਉਹ ਭਾਵਨਾ ਹੀ ਪੂਰੀ ਹੋ ਜਾਊਗੀ। ਧਰੇ ਕਾਮਨਾ ਪੜ ਹੈ ਇੱਕ ਚਿਤ ਇੱਕ ਮਨ, ਹੋਏ ਸੰਪੂਰਨ ਤੈ ਕੀ ਤਿਤਸ਼ਨ। ਜੰਤਰ ਮੰਤਰ ਫੁਨ ਤੰਤਰ ਮਹਾਨਾ। ਕਹਿਣ ਲੱਗੇ ਇਹ ਕਈ ਕਹਿੰਦੇ ਮੈਨੂੰ ਕਿਸੇ ਨੇ ਤੰਤਰ ਮੰਤਰ ਕਰ ਦਿੱਤਾ, ਮੇਰੇ ਤੇ ਟੂਣਾ ਟਮਾਣਾ ਕਰ ਦਿੱਤਾ, ਬੜੇ ਲੋਕੀ ਕਰਦੇ ਵੀ ਨੇ। ਭੂਤ ਜੇ ਪ੍ਰੇਤ ਦੈਂਤ ਬਲਵਾਨਾ। ਕਹਿਣ ਲੱਗੇ ਦੁਨੀਆ ਤੇ ਬੜੇ ਤੰਤਰ ਮੰਤਰ ਜੰਤਰ ਨੇ, ਭੂਤ ਪ੍ਰੇਤ ਬੜੀਆਂ ਰੂਹਾਂ ਨੇ, ਬਦ ਰੂਹਾਂ ਨੇ ਧਰਤੀ ਤੇ ਲੋਕਾਂ ਨੂੰ ਬੜਾ ਤੰਗ ਕਰਦੀਆਂ ਨੇ। ਤੇ ਸਮੀਪ ਨਾ ਆਵੇ ਕੋਈ। ਕਹਿਣ ਲੱਗੇ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ ਨਾ ਅੰਮ੍ਰਿਤ ਵੇਲੇ ਇੱਕ ਚਿੱਤ ਹੋ ਕੇ, ਉਹਦੇ ਲਾਗੇ ਕੋਈ ਭੂਤ ਪ੍ਰੇਤ, ਭੂਤ ਜੇ ਪ੍ਰੇਤ ਦੈਂਤ ਬਲਵਾਨਾ, ਤੇ ਸਮੀਪ ਨ ਆਵੇ ਕੋਈ। ਸਮੀਪ ਕਹਿੰਦੇ ਨੇ ਨੇੜਤਾ ਨੂੰ, ਨਿਕਟ। ਪੜੇ ਪ੍ਰੀਤ ਨਿਤ ਨਰ ਜੇ ਕੋਈ, ਕੋਈ ਨੇਮ ਨਾ ਜਪਜੀ ਸਾਹਿਬ ਦਾ ਪਾਠ ਕਰੇ ਤੇ ਬੜੀ ਸਾਵਧਾਨਤਾ ਦੇ ਨਾਲ ਕਰੇ, ਬੜੀ ਇਕਾਗਰ ਦੀ ਚਿੱਤਤਾ ਦੇ ਨਾਲ ਕਰੇ। ਸਿਆਣੇ ਕਹਿੰਦੇ ਨੇ ਪਾਠ ਆਮ ਬੰਦਾ ਵੀ ਕਰ ਲੈਂਦਾ ਹੈ, ਤੇ ਪਾਠ ਬਾਬਾ ਅਤਰ ਸਿੰਘ ਹੋਣੀ ਵੀ ਕਰਦੇ ਹੁੰਦੇ ਸਨ। ਤੇ ਜਦੋਂ ਬਾਬਾ ਅਤਰ ਸਿੰਘ ਜੀ ਵਰਗੇ ਮਹਾਂਪੁਰਖ ਪਾਠ ਕਰਦੇ ਸੀ, ਫਿਰ ਆਪਾ ਭੁੱਲ ਜਾਂਦੇ ਸਨ, ਮੈਂ ਕੌਣ ਵਾਂ, ਕੌਣ ਆ ਦੂਸਰਾ, ਸਭ ਭੁੱਲ ਜਾਂਦੇ ਸਨ। ਇਹ ਹੁੰਦਾ ਵਾ ਬਹੁਤ ਕਿਸੇ ਦੀ ਲੰਮੀ ਸਾਧਨਾ ਹੋ ਗਈ ਹੈ ਨਾ, ਤੇ ਉਹਦਾ ਚਿੱਤ ਇਕਾਗਰ ਹੋ ਕੇ ਜਪਜੀ ਸਾਹਿਬ ਦਾ ਪਾਠ ਕਰ ਸਕਦਾ, ਸਾਡਾ ਥੋੜਾ ਕਰ ਸਕਦਾ ਹੈ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਅਗਲਾ ਉਪਦੇਸ਼ ਦਿੱਤਾ ਸੰਗਤਾਂ ਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਤੇ, ਕਿ ਮਾਨੁਖ ਦੇਵ ਜੀਵ ਜਿਨ ਪਾਈ, ਜਿਦ ਕੋ ਆ ਮਨੁੱਖਾ ਦੇਹੀ ਹੈ। ਮਹਾਰਾਜ ਕਹਿਣ ਲੱਗੇ ਤੇ ਜਪ ਬਹੀਨ ਸਭ ਬਾਦ ਗਵਾਈ। ਜਿਦ ਕੋ ਮਨੁੱਖਾ ਦੇਹੀ ਆ, ਮਨੁੱਖਾ ਸਰੀਰ ਆ, ਉਹ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ। ਹੁਣ ਤੇ ਚਲੋ ਦੇਹਧਾਰੀ ਗੁਰੂਆਂ ਨੇ ਆਖਤਾ ਕਿ ਪਾਠ ਕਰਨ ਦੀ ਲੋੜ ਕੋਈ ਨਹੀਂ, ਸਾਡੇ ਕੋਈ 5 ਸ਼ਬਦ ਲੈ ਲਓ ਤੇ 5 ਸ਼ਬਦ ਤੁਸੀਂ ਜਪ ਲਿਆ ਕਰੋ ਜੀ। ਤੇ ਜਿਹੜਾ ਗੁਰੂ ਨਾਨਕ ਸਾਹਿਬ ਨੇ ਜਪ ਲਿਖਿਆ ਵਾ, ਆਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਪ ਆਦ ਸੱਚ, ਉਹ ਜਪ ਦਾ ਕੀ ਕਰਾਂਗੇ ਜੇ ਤੁਸੀਂ ਤਾਂ 5 ਸ਼ਬਦ ਲੋਕਾਂ ਨੂੰ ਦੇਣ ਲੱਗ ਪਏ। ਤੇ ਗੁਰੂ ਨਾਨਕ ਸਾਹਿਬ ਨੇ ਜਪ ਲਿਖਿਆ ਹੋਇਆ, ਤੇ ਜਪ 38 ਪੌੜੀਆਂ ਦਾ ਜਪ ਆ ਤੇ 10 ਅੰਗ ਨੇ ਗੁਰੂ ਗ੍ਰੰਥ ਸਾਹਿਬ ਦੇ, ਉਹਦਾ ਕੀ ਬਣੂਗਾ। ਮਾਰ ਕਹਿੰਦੇ ਮਾਨਸ ਦੇ ਜੀਵ ਜਿਨ ਪਾਈ, ਜਪ ਬੀਣ ਹੈ ਬਾਦ ਗਵਾਈ। ਉਹ ਸਿੱਖ ਹੋ ਕੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ, ਬੰਦਾ ਹੋ ਕੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ, ਉਹ ਸਿੱਖ ਹੀ ਕਾਹਦਾ। ਸਿੱਖਣ ਜੋਗ ਮੰਤਰ ਗੁਰ ਕੇਰਾ। ਕਹਿਣ ਲੱਗੇ ਤੂੰ ਜਪਜੀ ਸਾਹਿਬ ਜਿਹੜਾ ਦਾ ਪਾਠ ਹੈ, ਮੰਨੋ ਇਹ ਮੰਤਰ ਵਾ। ਉਧਰ ਮੈਂ ਕਿਹਾ ਹੈ ਨਾ ਕਿ ਬਾਣੀ ਮੰਤਰ ਮਹਾਪੁਰਖਣ ਕੀ, ਮਨੇ ਉਤਾਰਨ ਮਾਨ ਕੋ। ਇਹ ਮੰਤਰ ਵਾ, ਤੇ ਮੰਤਰ ਦੇ ਵਿੱਚ ਇੱਕ ਸ਼ਕਤੀ ਹੁੰਦੀ ਆ। ਮੰਤਰ ਜਿੱਦਾਂ ਇੱਕ ਗਾਰੂੜੂ ਮੰਤਰ ਦੇ ਅੰਦਰ ਸ਼ਕਤੀ ਆ, ਉਹ ਸੱਪ ਦੀ ਜ਼ਹਿਰ ਲਾ ਦਿੰਦਾ ਹੈ। ਇੱਕ ਮੰਤਰ ਦੇ ਅੰਦਰ ਸ਼ਕਤੀ ਆ, ਉਹ ਦਾੜ ਪੀੜ ਹਟਾ ਦਿੰਦਾ। ਇੱਕ ਮੰਤਰ ਦੇ ਅੰਦਰ ਸ਼ਕਤੀ ਆ, ਉਹ ਸਿਰ ਪੀੜ ਹਟਾ ਦਿੰਦਾ ਹੈ। ਪਰ ਕਹਿੰਦੇ ਜਪਜੀ ਸਾਹਿਬ ਇੱਕ ਬਹੁਤ ਵੱਡਾ ਮੰਤਰ ਵਾ। ਸਿੱਖਣ ਜੋਗ ਮੰਤਰ ਗੁਰ ਕੇਰਾ, ਇਹ ਤੁਤ ਸੁਖ ਨਿਤ ਦੇਤ ਕਨੇਰਾ। ਬਾਕੀ ਮੰਤਰ ਤੇ ਕੇਵਲ ਦੁੱਖਾਂ ਵਿੱਚ ਹੀ ਵਰਤੇ ਜਾਂਦੇ ਨੇ, ਤੇ ਮਰ ਕਹਿੰਦੇ ਇਹ ਜਿਹੜਾ ਜਪਜੀ ਸਾਹਿਬ ਹੈ, ਲੋਕ ਪਰਲੋਕ ਦਾ ਵੀ ਸਹਾਈ ਹੈ, ਇੱਥੇ ਵੀ ਸੁੱਖ ਦੇਗਾ।
ਇਸ ਤੇ ਬਿਦ ਨਹੀਂ ਔਰ ਕੋਈ ਉੱਚੀ। ਜੇ ਸਾਰੇ ਧਰਮ ਦਾ ਨਿਚੋੜ ਕੱਢਿਆ ਜਾਵੇ ਵੀ ਧਰਮ ਦੇ ਅੰਦਰ ਸਭ ਤੋਂ ਉੱਪਰ ਕੀ ਹੈ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਆਸਾ ਰਾਗ ਚ ਕਹਿੰਦੇ ਨੇ ਕਿ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ। ਕੋਈ ਤੀਰਥ ਇਸ਼ਨਾਨੀਆਂ, ਕੋਈ ਰਟਨ ਕਰਦਾ ਹੈ, ਕੋਈ ਜੱਗ ਲਾਉਂਦਾ ਹੈ, ਕੋਈ ਪੁੰਨ ਕਰਦਾ ਹੈ, ਕੋਈ ਕੁਛ ਕਰਦਾ ਹੈ, ਪਰ ਸਭ ਤੋਂ ਉੱਪਰ ਕੀ ਹੈ? ਮਰ ਕਹਿੰਦੇ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ। ਇਸ ਤੇ ਬਿਦ ਨਹੀਂ ਔਰ ਕੋਈ ਉੱਚੀ। ਜਪ ਸੇਵਨ ਹੋਏ ਇੱਕ ਮਨ ਸੂਚੀ। ਕਹਿਣ ਲੱਗਾ ਜਿਹੜਾ ਸਿੱਖ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਨਾ, ਉਹ ਇੱਕ ਮਨ ਸੂਚੀ। ਤੇ ਇਸ ਤੋਂ ਉੱਪਰ ਕੁਛ ਵੀ ਨਹੀਂ ਹੈ, ਉਸ ਨੂੰ ਬਾਕੀ ਕੁਝ ਕਰਨ ਦੀ ਲੋੜ ਹੀ ਨਹੀਂ ਹੈ। ਧਰਮ ਦੇ ਬੜੇ ਅੰਗ ਮੰਨੇ ਨੇ, ਧਰਮੀ ਲੋਕ ਬੜਾ ਕੰਮ ਕਰਦੇ ਨੇ, ਸੇਵਾ ਕਰਦੇ ਨੇ, ਤੀਰਥਾਂ ਤੇ ਜਾਂਦੇ ਨੇ, ਦਾਨ ਪੁੰਨ ਕਰਦੇ ਨੇ, ਭਲਾ ਕਰਦੇ ਨੇ, ਬੜਾ ਹੀ ਕੰਮ ਲੋਕੀ ਧਰਮੀ ਕਰਦੇ ਨੇ। ਪਰ ਮਰ ਕਹਿੰਦੇ ਸਭ ਤੋਂ ਉੱਪਰ ਦਾ ਕੰਮ ਕਿਹੜਾ ਹੈ? ਇਸ ਤੇ ਬਿਦ ਨਹੀਂ ਔਰ ਕੋਈ ਉੱਚੀ। ਜਪ ਸੇਵਨ ਹੋਏ ਇੱਕ ਮਨ ਸੂਚੀ। ਜਪਜੀ ਸਾਹਿਬ ਨੂੰ ਪੜ੍ਹਨਾ ਹੀ ਸਭ ਤੋਂ ਵੱਡਾ ਕਰਮ ਧਰਮ ਹੈ। ਇਸ ਤੋਂ ਉੱਪਰ ਕੋਈ ਨਹੀਂ ਹੈ। ਜਿਹੜਾ ਬਾਣੀ ਪੜ੍ਹਦਾ, ਬਾਣੀ ਨਾਲ ਜੁੜਿਆ ਵਾ, ਉਹਨੂੰ ਕੁਛ ਵੀ ਕਰਨ ਦੀ ਲੋੜ ਨਹੀਂ ਹੈ, ਉਹਨੂੰ ਕਿਸੇ ਝੰਬੇਲੇ 'ਚ ਪੈਣ ਦੀ ਲੋੜ ਨਹੀਂ ਹੈ। ਬਸ ਜਿਹੜਾ ਬਾਣੀ ਨਾਲ ਜੁੜ ਗਿਆ। ਇਸ ਤੇ ਬਿਦ ਨਹੀਂ ਔਰ ਕੋਈ ਉੱਚੀ। ਜਪ ਸੇਵਨ ਹੋਏ ਇੱਕ ਮਨ ਸੂਚੀ। ਜਪਜੀ ਸੇਵ ਕੱਟੇ ਜਮ ਫਾਸੀ। ਹੁਣ ਜਪਜੀ ਦੀ ਸੇਵਾ ਕਿਵੇਂ ਕੀਤੀ ਜਾਂਦੀ ਆ? ਐ ਜੀ ਇਹ ਚੋਲੇ ਦੀ ਸੇਵਾ ਕਰਦੇ ਨੇ, ਉਹ ਚੋਲੇ ਦੀ ਵੀ ਕੋਈ ਸੇਵਾ ਹੁੰਦੀ ਹੈ? ਐ ਸਾਨੂੰ ਹੁਕਮ ਹੋ ਗਿਆ ਤੁਸੀਂ ਚੋਲੇ ਦੀ ਸੇਵਾ ਕਰਿਓ, ਤੇ ਲੋ ਚੋਲੇ ਦੀ ਵੀ ਕੋਈ ਸੇਵਾ ਹੁੰਦੀ ਹੈ? ਇੱਥੇ ਮਰ ਜਪਜੀ ਸੇਵਨ ਕੱਟੇ ਜਮ ਫਾਸੀ। ਜਿਹੜਾ ਜਪਜੀ ਦੀ ਸੇਵਾ ਕਰੂਗਾ ਉਹ ਕੀ ਹੋਣਾ ਹੈ? ਜਪਜੀ ਸੇਵ ਕੱਟੇ ਜਮ ਫਾਸੀ, ਉਹਦੀ ਫਾਸੀ ਕੱਟੀ ਜਾਊਗੀ। ਤੇ ਜਪਜੀ ਦੀ ਸੇਵਾ ਕੀ ਆ? ਧੂਫਾਂ ਦਿਖਾਉਣੀਆਂ ਨਾ। ਜਪਜੀ ਦਾ ਇਸ਼ਨਾਨ ਥੋੜਾ ਹੋ ਸਕਦਾ ਹੈ। ਮਤਲਬ ਜਪਜੀ ਨੂੰ ਪੜ੍ਹਨਾ ਤੇ ਅਰਥ ਵਿਚਾਰ ਕਰੇ ਉਰ ਮਾਹੀ। ਮੁਕਤ ਹੋਏ ਸੋ ਸੰਸੇ ਨਾਹੀ। ਇਹਦੇ ਅਰਥਾਂ ਨੂੰ ਪੜ੍ਹਨਾ, ਅਰਥਾਂ ਨੂੰ ਵਿਚਾਰਨਾ, ਇਹੀ ਜਪਜੀ ਸਾਹਿਬ ਦੀ ਸੇਵਾ ਵਾ। ਜਪਜੀ ਸੇਵ ਕੱਟੇ ਜਮ ਫਾਸੀ। ਤੇ ਹੋਣਾ ਕੀ ਆ? ਬੌਰ ਮਿਲੇ ਪਦਵੀ ਅਬਨਾਸੀ। ਕਹਿਣ ਲੱਗਾ ਜਿਹੜਾ ਇਸ ਜਪਜੀ ਨਾਲ ਜੁੜ ਗਿਆ, ਪੜ੍ਹਦਿਆਂ ਪੜ੍ਹਦਿਆਂ ਬਾਬਾ ਬੁੱਢਾ ਜੀ ਵਾਂਗੂ, ਬਾਬਾ ਬੁੱਢਾ ਜੀ ਦਾ ਨੇਮ ਸੀ, ਉਹ ਜਪਜੀ ਸਾਹਿਬ ਪੜ੍ਹਦੇ ਸਨ, ਤੇ ਉਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਣੀ ਹੈ। ਇਹ ਜਦੋਂ ਵੀ ਲੋਕੀ ਇਸ ਦੀ ਵਿਆਖਿਆ ਕਰਦੇ ਨੇ ਜਪਜੀ ਸਾਹਿਬ ਦੀ, ਇਹਨੂੰ ਕਹਿੰਦੇ ਨੇ ਇਹਨੂੰ ਪੜ੍ਹਨ ਵਾਲਾ ਬੰਦਾ ਬ੍ਰਹਮ ਗਿਆਨੀ ਹੋ ਜਾਂਦਾ ਹੈ। ਜਪਜੀ ਸੇਵ ਕੱਟੇ ਜਮ ਫਾਸੀ। ਹਰ ਕੀ ਟਹਿਲ ਕਮਾਵਣੀ। ਕੋਈ ਰੱਬ ਦੀ ਸੇਵਾ ਕਰਨੀ ਚਾਹੁੰਦਾ ਹੈ, ਕੋਈ ਲੋਕਾਂ ਦੀ ਸੇਵਾ ਕਰਦਾ ਹੈ, ਕੋਈ ਕਿਸੇ ਦੀ ਸੇਵਾ ਕਰਦਾ ਹੈ, ਕੋਈ ਗੁਰੂ ਦੀ ਸੇਵਾ ਕਰਦਾ ਹੈ, ਕੋਈ ਸੰਤ ਦੀ ਸੇਵਾ ਕਰਦਾ ਹੈ। ਕਈਆਂ ਨੇ ਤੇ ਕੁੱਤੇ ਘਰਾਂ 'ਚ ਰੱਖੇ ਹੁੰਦੇ, ਉਹ ਕੁੱਤਿਆਂ ਦੀ ਸੇਵਾ 'ਚ ਲੱਗੇ ਹੋਏ ਨੇ। ਉਹ ਜਿੱਦਾਂ ਉਹ ਬਾਬਾ ਇੱਕ ਲੁਧਿਆਣੇ ਲਾਗੇ, ਉਹਨੇ ਚਿੜੀਆਂ, ਕਾਂ, ਸੱਪ, ਹਾਥੀ, ਘੋੜੇ ਰੱਖੇ, ਕਹਿੰਦੇ ਮੈਂ ਇਹਨਾਂ ਦੀ ਸੇਵਾ ਕਰਨਾ। ਤੇ ਰੱਬ ਦੀ ਸੇਵਾ ਕੌਣ ਕਰੂਗਾ? ਤੁਸੀਂ ਚਿੜੀਆਂ ਕਾਵਾਂ ਦੀ ਸੇਵਾ ਕਰਨ ਲੱਗ ਪਏ। ਨਹੀਂ ਨਹੀਂ, ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ। ਕੋਈ ਰੱਬ ਦੀ ਸੇਵਾ ਕਰਨੀ ਚਾਹਵੇ ਤੇ ਉਹ ਰੱਬ ਦੀ ਨਾਮ ਜਪਣਾ ਹੀ ਰੱਬ ਦੀ ਸੇਵਾ। ਜਪਜੀ ਨੂੰ ਜਪਣਾ ਹੀ ਜਪਜੀ ਦੀ ਸੇਵਾ ਵਾ। ਜਪਜੀ ਸੇਵ ਕੱਟੇ ਜਮ ਫਾਸੀ। ਬੌਰ ਮਿਲੇ ਪਦਵੀ ਅਬਨਾਸੀ। ਜਪਜੀ ਕੰਠ ਨਿਤਾ ਪ੍ਰਤ ਰਟੇ। ਮਾਰ ਕਹਿੰਦੇ ਪਹਿਲੋਂ ਜਪਜੀ ਸਾਹਿਬ ਨੂੰ ਕੰਠ ਕਰੋ ਤੇ ਫਿਰ ਇਹਦਾ ਰਟਣ ਕਰੋ, ਇਹਨੂੰ ਜਪੋ। ਉਹ ਪਹਿਲੋਂ ਬਚਨ ਹੋ ਗਿਆ ਨਾ, ਪਹਿਲਾਂ ਵੀ ਹੋਏ ਸਿੱਖ ਜਪ ਕੰਠ ਨਾ ਕੀਨੋ। ਅੱਜ ਦੇ ਜਿਹੜੇ ਬੜੇ ਬੜੇ ਲੀਡਰ ਬਣੇ ਫਿਰਦੇ ਨੇ ਸਾਡੇ, ਕਿਸੇ ਨੂੰ ਪੁੱਛ ਲਓ ਜਪਜੀ ਸਾਹਿਬ ਦਾ ਪਾਠ ਯਾਦ ਜੇ?
ਆ ਸਿਮਰਨਜੀਤ ਸਿੰਘ ਮਾਨ ਨੂੰ ਪੁੱਛ ਲਿਓ, ਤੁਹਾਨੂੰ ਜਪਜੀ ਸਾਹਿਬ ਦਾ ਪਾਠ ਆਉਂਦਾ ਜੇ? ਸ਼ਾਇਦ ਤਾਂ ਨਹੀਂ ਆਉਂਦਾ ਹੋਣਾ, ਕੰਠ ਨਹੀਂ ਹੋਣਾ ਹੋਣਾ। ਤੇ ਕੌਮ ਦੀਆਂ ਅਗਵਾਈਆਂ ਕਰਨੀਆਂ ਨੇ ਲੋਕਾਂ ਨੇ, ਜਪਜੀ ਸਾਹਿਬ ਯਾਦ ਨਹੀਂ। ਮਹਾਰਾਜ ਕਹਿੰਦੇ ਹੋਏ ਸਿੱਖ ਜਪ ਕੰਠ ਨਾ ਕੀਨੋ। ਸਿੱਖਵਾਂ ਤੂੰ ਤੇ ਜਪਜੀ ਸਾਹਿਬ ਤੈਨੂੰ ਕੰਠ ਨਹੀਂ ਹੈ, ਕਾਹਦਾ ਸਿੱਖਵਾਂ ਤੂੰ? ਜਪਜੀ ਕੰਠ ਨਤਾ ਨਿਤਾ ਪ੍ਰਿਤ ਰਟੇ। ਜਿਹੜਾ ਨਿਤ ਉੱਠ ਕੇ ਜਪਜੀ ਸਾਹਿਬ ਨੂੰ ਜਪੇ, ਕੰਠ ਕੀਤੀ ਜਪਜੀ ਨੂੰ ਜਪੇ। ਜਨਮ ਜਨਮ ਕੇ ਕਲਮਲ ਕੱਟੇ। ਉਹਦੇ ਕਈ ਜਨਮਾਂ ਜਨਮਾਂਤਰਾਂ ਦੇ ਪਾਪ ਕੱਟੇ ਜਾਣਗੇ ਜਿਹੜਾ ਇਸ ਜਪਜੀ ਨੂੰ ਜਪੇਗਾ, ਮਹਾਰਾਜ ਕਹਿੰਦੇ। ਤੇ ਅਖੀਰ ਤੇ ਫਿਰ ਮਹਾਰਾਜ ਨੇ ਆਖਿਆ ਕਿ ਜਦੋਂ ਇਸ ਜਪਜੀ ਸਾਹਿਬ ਨੂੰ ਤੁਸੀਂ ਜਪਣਾ ਹੈ ਤੇ 2-3 ਗੱਲਾਂ ਦਾ ਖਿਆਲ ਜ਼ਰੂਰ ਰੱਖਿਓ ਜੀ। ਕਿਉਂਕਿ ਉਦੋਂ ਜਪਜੀ ਸਾਹਿਬ ਗੁਰੂ ਨਾਨਕ ਸਾਹਿਬ ਨੇ ਅਜੇ ਨਵਾਂ ਲਿਖਿਆ ਸੀ ਤੇ ਸੰਗਤਾਂ ਆਣ ਕੇ ਜਦੋਂ ਪਹਿਲੀ ਵਾਰੀ ਸੁਣਦੀਆਂ ਸੀ, ਪੁੱਛਦੀਆਂ ਸੀ, ਮਹਾਰਾਜ ਕੀ ਆ ਇਹ ਜਿਹੜੀ ਤੁਸੀਂ ਇਹ ਬਾਣੀ ਲਿਖ ਦਿੱਤੀ, ਇਹ ਕੀ ਹੈ ਜਪਜੀ ਸਾਹਿਬ? ਕਹਿ ਲੱਗੇ ਜੰਤਰ ਮੰਤਰ ਤੰਤਰ ਬੜਾ ਕੁਛ ਵਾ, ਇਹ ਸਿੱਖਣ ਯੋਗ ਮੰਤਰ ਗੁਰ ਕੇਰਾ। ਇਹ ਅਸੀਂ ਸਿੱਖਾਂ ਨੂੰ ਮੰਤਰ ਲਿਖ ਕੇ ਦਿੱਤਾ ਹੋਇਆ ਵਾ ਤੇ ਸਿੱਖਾਂ ਨੇ ਮੰਤਰ ਪੜ੍ਹਨਾ ਵਾ। ਮੰਤਰ ਜਿਹੜਾ ਉਹ ਪੜ੍ਹਨ ਵਾਸਤੇ ਲਿਖਿਆ ਜਾਂਦਾ ਹੈ। ਤੇ ਮਾਰ ਕਹਿੰਦੇ ਜਦੋਂ ਤੁਸੀਂ ਜਪਜੀ ਸਾਹਿਬ ਨੂੰ ਪੜ੍ਹਨਾ ਤੇ 2-4 ਗੱਲਾਂ ਜ਼ਰੂਰ ਧਿਆਨ 'ਚ ਰੱਖਿਓ ਜੀ, ਤਾਂ ਕਿ ਪੜ੍ਹੀ ਹੋਈ ਬਾਣੀ, ਜਪਿਆ ਹੋਇਆ ਜਾਪ ਸਫਲ ਹੋ ਜਾਵੇ। ਅੱਜ ਜਪਦੇ ਤੇ ਅਸੀਂ ਬੜਾ ਵਾਂ, ਪਰ ਸਾਡੇ ਕੋਲ ਟਿਕਦਾ ਨਹੀਂ ਹੈ। ਮਹਾਂਪੁਰਖ ਕਹਿੰਦੇ ਹੁੰਦੇ ਸਿਆਣੇ ਵੀ ਜਪ ਭਾਵੇਂ ਥੋੜਾ ਹੀ ਕਰ ਲਓ, ਪਰ ਸਾਂਭ ਇਹਨੂੰ ਬਹੁਤਾ ਲਓ। ਅੱਜ ਬੜਾ ਕੀਰਤਨ ਹੋ ਰਿਹਾ ਹੈ, ਬੜੀ ਕਥਾ ਹੋ ਰਹੀ ਹੈ, ਬੜੇ ਜਾਪ ਜਪੇ ਜਾ ਰਹੇ ਨੇ, ਪਰ ਸੰਜਮ ਨਹੀਂ ਹੈ, ਧੀਰਜ ਨਹੀਂ ਹੈ, ਤਿਆਗ ਨਹੀਂ ਹੈ, ਤਾਂ ਹੀ ਉਹਦੇ ਕੰਮ ਨਹੀਂ ਕਰਦੇ। ਜਪ ਤਾਂ ਹੀ ਕੰਮ ਕਰੇਗਾ ਜੇ ਅਸੀਂ ਤਿਆਗ ਕਰਾਂਗੇ ਤਾਂ। ਸਿਆਣੇ ਮਹਾਂਪੁਰਖ ਕਹਿੰਦੇ ਹੁੰਦੇ ਆ ਜਿਹੜਾ ਜਪ ਵਾ ਉਹਨੇ 10% ਕੰਮ ਕਰਨਾ ਹੈ ਤੇ ਜਿਹੜਾ ਤਿਆਗ ਵਾ ਉਹਨੇ 90% ਕੰਮ ਕਰਨਾ ਹੈ। ਤੁਸੀਂ ਅੰਮ੍ਰਿਤ ਵੇਲੇ ਉੱਠੇ 2 ਘੰਟੇ ਬਾਣੀ ਪੜ੍ਹ ਲਈ, ਸਿਮਰਨ ਕਰ ਲਿਆ, ਸਾਦੀ ਵਾਰ ਸੁਣ ਲਈ, ਤੇ ਕੋਈ ਕ੍ਰੋਧੀ ਬੰਦਾ ਮਿਲ ਗਿਆ ਤੇ ਉਹਦੇ ਨਾਲ ਕੋਈ ਝਗੜਾ ਹੋ ਗਿਆ ਤੇ ਤੁਹਾਡਾ ਕੀਤਾ ਕਰਾਇਆ ਸਭ ਕੁਝ ਥੇ ਹੋ ਗਿਆ। ਹਾਂਜੀ, ਥੇ ਹੋ ਜਾਣਾ। ਕ੍ਰੋਧ ਨੇ ਸਭ ਕੁਝ ਭਸਮ ਕਰ ਦੇਣਾ। ਵਾਕ ਸਤ ਕਰ ਧਰਮ ਵਧੇ ਹੈ, ਅਸਤਰ ਰਹੇ ਪ੍ਰੇਮ ਕੇ ਸੰਗਾ, ਕਰਤ ਕ੍ਰੋਧ ਹੋਏ ਬੇਟੰਗਾ। ਮਾਰ ਕਹਿੰਦੇ ਜਦੋਂ ਤੁਸੀਂ ਜਪਜੀ ਸਾਹਿਬ ਨੂੰ ਜਪਣਾ ਹੈ, ਸੁਣਨਾ ਹੈ, ਪੜ੍ਹਨਾ ਤੇ 2-4 ਗੱਲਾਂ ਦਾ ਖਿਆਲ ਰੱਖ ਲਿਓ। ਤੇ ਇਹ ਖਿਆਲ ਰਹਿਣਾ ਨਹੀਂ ਆ। ਮਹਾਰਾਜ ਪਵਿੱਤਰ ਮਨ ਤਨ ਮੋਣ ਬਾਣੀ। ਇਹ ਜਪਜੀ ਸਾਹਿਬ ਦਾ ਪਾਠ ਉਹਨਾਂ ਦਾ ਪੜ੍ਹਿਆ ਸਫਲ ਹੋ ਜਾਂਦਾ ਹੈ। ਪਵਿੱਤਰ ਮਨ ਤਨ ਮੌਨ ਬਾਣੀ। ਜਿਨ੍ਹਾਂ ਦਾ ਮਨ ਪਵਿੱਤਰ ਆ ਨਾ, ਉੱਥੇ ਇਹ ਜਪਜੀ ਸਾਹਿਬ ਟਿਕ ਜਾਂਦਾ ਹੈ। ਸਿਆਣੇ ਇੱਕ ਗੱਲ ਕਹਿੰਦੇ ਹੁੰਦੇ ਆ ਵੀ ਜਿਹੜਾ ਸ਼ੇਰਨੀ ਦਾ ਦੁੱਧ ਵਾ ਨਾ, ਉਹ ਸੋਨੇ ਦੇ ਬਰਤਨ ਵਿੱਚ ਹੀ ਟਿਕਦਾ ਹੈ। ਜੇ ਦੂਸਰੇ ਭਾਂਡੇ 'ਚ ਪਾਓ ਤੇ ਸ਼ੇਰਨੀ ਦਾ ਦੁੱਧ ਜਿਹੜਾ ਫਟ ਜਾਂਦਾ ਹੈ। ਇਹ ਬਾਣੀ ਸਿਮਰਨ ਇੱਕ ਮਾਨੋ ਸ਼ੇਰਨੀ ਦਾ ਦੁੱਧ ਆ ਤੇ ਕਿਸੇ ਸੁੱਧ ਹਿਰਦੇ ਵਿੱਚ ਹੀ ਟਿਕਦਾ। ਈਰਖਾਲੂ ਦੇ ਹਿਰਦੇ 'ਚ ਇਹ ਨਹੀਂ ਟਿਕਦੀ। ਜਿਸ ਕੇ ਅੰਤਰ ਤਾਤ ਪਰਾਈ ਹੋਵੇ ਤਿਸਕਾ ਕਦੇ ਨਾ ਹੋਵੇ ਹੀ ਭਲਾ। ਉਹਦਾ ਭਲਾ ਹੋਣਾ ਹੀ ਨਹੀਂ ਹੈ। ਈਰਖਾਲੂ ਬੰਦੇ ਦਾ ਭਲਾ ਹੁੰਦਾ ਹੀ ਨਹੀਂਗਾ। ਮਹਾਰਾਜ ਕਹਿੰਦੇ ਪਵਿੱਤਰ ਮਨ ਤਨ ਮੌਨ ਬਾਣੀ। ਵੱਧ ਬੋਲਣਾ ਨਹੀਂਗਾ ਜਦੋਂ ਤੁਸੀਂ ਇਹ ਸਿਮਰਨ ਕਰਨਾ ਹੈ। ਲੋੜ ਮੁਤਾਬਕ ਹੀ ਬੋਲਣਾ, ਦਿਹਾੜੀ ਵਿੱਚ ਵੱਧ ਨਹੀਂ ਬੋਲਣਾ। ਤੇ ਮੌਨ ਬਾਣੀ, ਪਵਿੱਤਰ ਮਨ ਤਨ ਮੌਨ ਬਾਣੀ। ਸੰਤੋਖ ਹਾਜ਼ਰ ਜਾਣ, ਤੇ ਰੱਬ ਨੂੰ ਹਾਜ਼ਰ ਜਾਣ ਕੇ ਇਹ ਜਪਜੀ ਸਾਹਿਬ ਦਾ ਪਾਠ ਕਰਨਾ ਕਿ ਉਹ ਹਾਕੇ ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ। ਉਹ ਹਾਜ਼ਰ ਹੈ ਤੇ ਸੰਤੋਖ ਹਾਜ਼ਰ ਜਾਣ, ਤੇ ਲੋਭੀ ਬੰਦੇ ਉੱਤੇ ਵੀ ਇਹ ਬਾਣੀ ਅਸਰ ਨਹੀਂ ਕਰੇਗੀ। ਪਵਿੱਤਰ ਮਨ ਤਨ ਮੌਨ ਬਾਣੀ, ਸੰਤੋਖ ਹਾਜ਼ਰ ਜਾਣ,
ਇਕਾਂਤ ਅਹੰਗ ਕਾਮ ਤਿਆਗੇ। ਤੇ ਜਦੋਂ ਜਪਜੀ ਸਾਹਿਬ ਪੜ੍ਹਨਾ ਕੋਈ ਬਹੁਤਾ ਲਾਗੇ ਰੌਲਾ ਨਾ ਹੋਵੇ, ਕੋਈ ਇਕਾਂਤ ਜਗ੍ਹਾ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਨਾ। ਤੇ ਹੁਣ ਜਪਜੀ ਅੰਮ੍ਰਿਤ ਵੇਲੇ ਤੇ ਬੜੇ ਬੜੇ ਸਪੀਕਰ ਲੱਗ ਜਾਂਦੇ, ਬੜੀਆਂ ਬੜੀਆਂ ਆਵਾਜ਼ਾਂ ਪੈਦਾ ਹੋ ਜਾਂਦੀਆਂ, ਤੇ ਅੰਮ੍ਰਿਤ ਵੇਲੇ ਤਾਂ ਹੁਣ ਸ਼ਾਂਤੀ ਨਹੀਂ ਮਿਲਦੀ। ਇਕਾਂਤ ਅਹੰ ਕਾਮ ਤਿਆਗੇ, ਵਾਸ਼ਨਾ ਦਾ ਤਿਆਗ ਕਰੋ। ਸੰਸਾਰ ਦੀਆਂ ਤਮਾਮ ਵਾਸ਼ਨਾਵਾਂ ਜਿੰਨੀਆਂ ਵੀ ਨੇ, ਖਹਿਸ਼ਾਂ ਦਾ ਤਿਆਗ ਕਰਕੇ ਨਿਸ਼ਚਾ ਅਭਿਆਸ ਠਾਨ। ਤੇ ਜਦੋਂ ਤੁਸੀਂ ਨਿਸ਼ਚੇ ਦੇ ਨਾਲ ਇਹ ਜਪਜੀ ਸਾਹਿਬ ਦਾ ਅਭਿਆਸ ਕਰੋਗੇ ਤੇ ਤੁਹਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਏਗੀ। ਜਦੋਂ ਤੁਸੀਂ ਭਰੋਸੇ ਦੇ ਨਾਲ ਗੁਰੂ ਨੂੰ ਹਾਜ਼ਰ ਜਾਣ ਕੇ ਇਸ ਜਪਜੀ ਸਾਹਿਬ ਦਾ ਪਾਠ ਜਪੋਗੇ ਤੇ ਜਪਦਿਆਂ ਜਪਦਿਆਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਫਿਰ ਤੁਹਾਨੂੰ ਸੱਚ ਦੀ ਪ੍ਰਾਪਤੀ ਹੋ ਜਾਏਗੀ। ਇਹ ਸੀ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਰਤਾਰਪੁਰ ਸਾਹਿਬ ਆਈਆਂ ਸੰਗਤਾਂ ਨੂੰ ਜਪਜੀ ਸਾਹਿਬ ਪੜ੍ਹਨ ਦਾ ਮਹਾਤਮ ਦੱਸਿਆ ਕਿ ਜਪਜੀ ਸਾਹਿਬ ਪੜ੍ਹਨ ਦਾ ਕੀ ਮਹਾਤਮ ਹੈ। ਤਾਂ ਇਹ ਸੀ ਸਾਡਾ ਜਿਹੜਾ ਚੌਥਾ ਭਾਗ ਜਪਜੀ ਸਾਹਿਬ ਦਾ। ਕਿਉਂਕਿ ਗਾਂ ਹੁਣ ਅਗਲਾ ਜਿਹੜਾ ਵਿਸ਼ਾ ਹੋਣਾ ਵਾ ਕਿ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਜਿਸ ਹੁਕਮ ਦੇ ਵਿੱਚ ਤੂੰ ਚੱਲਣਾ ਹੈ ਉਹ ਤੇਰੇ ਨਾਲ ਲਿਖਿਆ ਹੈ, ਪਰ ਸਾਡੇ ਕੋਲ ਪੜ੍ਹਿਆ ਨਹੀਂ ਜਾਂਦਾ। ਰੱਬ ਦੀਆਂ ਲਿਖੀਆਂ ਰੱਬ ਹੀ ਪੜ੍ਹ ਸਕਦਾ ਹੈ, ਬੰਦੇ ਨਹੀਂ ਪੜ੍ਹ ਸਕਦੇ। ਉਹਨੇ ਬਿਨਾਂ ਕਲਮ ਤੋਂ ਲਿਖਿਆ ਹੈ, ਬਿਨਾਂ ਸ਼ਾਹੀ ਤੋਂ ਲਿਖਿਆ ਹੈ, ਬਿਨਾਂ ਅੱਖਰਾਂ ਤੋਂ ਲਿਖਿਆ ਹੈ, ਤਾਈਆਂ ਤੋਂ ਪੜ੍ਹਿਆ ਨਹੀਂ ਜਾਂਦਾ। ਸਭਨਾ ਸਿਰ ਲਿਖਦਾ ਲੇਖ, ਬਿਨ ਕਲਮ ਮਸਵਾਣੀ। ਤੋ ਮਹਾਰਾਜ ਕਿਰਪਾ ਕਰਨ, ਇਹਦੀ ਵਿਆਖਿਆ ਕਰਨੀ ਬੜੀ ਮੁਸ਼ਕਿਲ ਹੁੰਦੀ ਹੈ ਕਿ ਹੁਕਮ ਰਜਾਈ ਚੱਲਣਾ, ਕਿ ਅਸੀਂ ਹੁਕਮ ਤੋਂ ਬਾਹਰ ਵੀ ਜਾ ਰਹੇ ਹਾਂ। ਬਹੁਤ ਚੀਜ਼ਾਂ ਜਿਹੜੀਆਂ ਨੇ ਰੱਬ ਦੇ ਹੁਕਮ ਵਿੱਚ ਨੇ, ਪਰ ਬੰਦੇ ਦੀ ਜਿਹੜੀ ਆਪਣੀ ਹਉਂ ਆ ਇਹ ਹੁਕਮ ਤੋਂ ਬਾਹਰ ਹੋਈ ਫਿਰਦੀ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਈ। ਇਸ ਤੇ ਆਪਾਂ ਕੱਲ ਨੂੰ ਵਿਚਾਰ ਕਰਾਂਗੇ। ਫਿਰ ਅਗਲੀ ਪੌੜੀ ਆ ਜਾਣੀ, ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਇਹਦੀ ਵੀ ਬੜੀ ਔਖੀ ਵਿਆਖਿਆ ਵਾ। ਚਲੋ ਕੋਸ਼ਿਸ਼ ਕਰਾਂਗੇ ਕਰਨ ਦੀ, ਜੋ ਮਾਲਕ ਕਰਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।